ਵੈਲਕਮ ਬੈਕ। ਮੈਂ ਮਲਵੀਰ ਕੌਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ। ਆਪਾਂ ਗੱਲਬਾਤ ਕਰ ਰਹੇ ਹਾਂ ਪੰਜਾਬ ਦੇ ਇਲੈਕਟੋਰਲ ਇਤਿਹਾਸ ਦੀ। ਪਿਛਲੀ ਵੀਡੀਓ 'ਚ ਆਪਾਂ ਗੱਲਬਾਤ ਕੀਤੀ ਆ, ਇੱਕ ਆਪਾਂ 1937 ਵਾਲੇ ਇਲੈਕਸ਼ਨਸ ਵੀ ਕਵਰ ਕਰ ਚੁੱਕੇ ਆ, 1946 ਦੇ ਵੀ ਕਵਰ ਕਰ ਚੁੱਕੇ ਆ। ਉਸ ਤੋਂ ਬਾਅਦ ਜਦੋਂ ਆਜ਼ਾਦ ਹੋ ਜਾਂਦਾ ਭਾਰਤ, ਉਹਦੀ ਆਪਣੇ ਪੰਜਾਬ ਦੀ ਜਿਹੜੀ ਪਹਿਲੀ ਸਰਕਾਰ ਹੁੰਦੀ ਹੈ 1947 ਤੋਂ ਲੈ ਕੇ 1951 ਜਿਹੜੀ ਐਂਡ ਹੁੰਦੀ ਆ ਰਾਸ਼ਟਰਪਤੀ ਰਾਜ ਤੱਕ, ਉਹਦੀ ਲਾਸਟ ਵੀਡੀਓ ਮੈਂ ਅਪਲੋਡ ਕੀਤੀ ਸੀ। ਡਿਸਕ੍ਰਿਪਸ਼ਨ 'ਚ ਮੈਂ ਤਿੰਨਾਂ ਵੀਡੀਓਜ਼ ਦੇ ਲਿੰਕ ਦੇ ਦਾਂਗੀ। ਅੱਜ ਆਪਾਂ ਉਸੇ ਇਤਿਹਾਸ ਨੂੰ ਪੜ੍ਹਦੇ ਹੋਏ ਅੱਗੇ ਵਧਦੇ ਹਾਂ। 1951 ਜੋ ਕਿ ਪ੍ਰੈਜ਼ੀਡੈਂਟ ਰੂਲ ਹੁੰਦਾ ਹੈ, ਸਰਕਾਰ ਗਵਰਨਰੀ ਰਾਜ ਹੁੰਦਾ ਹੈ। ਉਸ ਤੋਂ ਬਾਅਦ ਲੈ ਕੇ ਜਿਹੜੇ ਨਵੇਂ ਇਲੈਕਸ਼ਨ ਹੁੰਦੇ ਆ, ਔਰ ਉਸ ਤੋਂ ਬਾਅਦ ਜਿਹੜੇ 5 ਸਾਲ ਉਹਨਾਂ ਦੀ ਪੂਰੀ ਗੱਲਬਾਤ ਕਰਾਂਗੇ। ਮਤਲਬ ਕਿ 1951-52 ਤੋਂ 1957 ਤੱਕ, 1952 ਤੇ 1957 ਦੇ ਵਿੱਚ ਪੰਜਾਬ ਦੀ ਕਿਹਦੀ ਸਰਕਾਰ ਸੀ, ਕਿੱਦਾਂ ਦਾ ਮਾਹੌਲ ਸੀ, ਕਿੱਦਾਂ ਦਾ ਚੁਣਾਵੀ ਮਾਹੌਲ ਸੀ, ਔਰ ਕਿੱਦਾਂ ਦਾ ਸਮਾਜਿਕ ਮਾਹੌਲ ਸੀ, ਕਿੱਦਾਂ ਦੇ ਅੰਦੋਲਨ ਚੱਲ ਰਹੇ ਸੀ, ਕਿੱਦਾਂ ਦੀਆਂ ਗਤੀਵਿਧੀਆਂ ਸਮਾਜ ਦੇ ਵਿੱਚ ਸੀ ਜਿਨ੍ਹਾਂ ਨੇ ਪੋਲਿਟਿਕਸ ਨੂੰ ਇਨਫਲੂਐਂਸ ਕੀਤਾ। ਜਾਂ ਆਪਾਂ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਕਿ ਪੋਲਿਟਿਕਸ ਨੇ, ਉਸ ਸਮੇਂ ਦੀ ਪੋਲਿਟਿਕਸ ਨੇ ਸਮਾਜ ਦੀਆਂ ਗਤੀਵਿਧੀਆਂ ਨੂੰ ਕਿੱਦਾਂ ਪ੍ਰੋਪਾਗੇਟ ਕਰਵਾਇਆ, ਕਿੱਦਾਂ ਆਪਣੇ ਮਤਲਬ ਲਈ ਵਰਤਿਆ, ਔਰ ਕੀ ਸੰਦਰਭਾਂ ਦੇ ਵਿੱਚ ਉਹ ਸਾਰੇ ਇਲੈਕਸ਼ਨ ਹੋਏ ਸੀ। ਭਾਰਤ ਦੇ ਆਜ਼ਾਦ ਦੇਸ਼ ਬਣਨ ਤੇ ਪਹਿਲੀ ਵਾਰੀ ਇਲੈਕਸ਼ਨ ਹੁੰਦੇ ਆ 1951 ਤੇ 52 ਦੇ ਵਿੱਚ। 1951 ਦੇ ਆਖਰੀ ਮਹੀਨੇ ਦਸੰਬਰ, ਜਨਵਰੀ, ਫਰਵਰੀ 4 ਮਹੀਨੇ ਇਲੈਕਸ਼ਨ ਚੱਲਦੇ ਨੇ 52 ਤੱਕ। ਸੋ ਉਹ 4 ਮਹੀਨੇ ਇਲੈਕਸ਼ਨ ਜਦੋਂ ਭਾਰਤ ਇੱਕ ਆਜ਼ਾਦ ਦੇਸ਼, ਇੱਕ ਲੋਕਤੰਤਰ ਬਣ ਕੇ ਪਹਿਲੀ ਵਾਰੀ ਇਲੈਕਟੋਰਲ ਪ੍ਰੋਸੈਸ ਦੇ ਥਰੂ ਗੁਜ਼ਰਦਾ ਹੈ, ਉਸੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਚੋਣ ਹੁੰਦੇ ਆ, ਜਦੋਂ ਪੰਜਾਬ ਦੇ ਵੋਟਰਸ ਨੂੰ ਪਹਿਲੀ ਵਾਰੀ ਬਿਨਾਂ ਕਿਸੇ ਭੇਦਭਾਵ ਤੋਂ, ਬਿਨਾਂ ਕਿਸੇ ਭੇਦਭਾਵ ਆਫ ਰੇਸ, ਐਥਨੀਸਿਟੀ, ਕਾਸਟ, ਏਜ, 18 ਸਾਲ ਦੀ ਉਮਰ ਪਲੱਸ ਸੀਗੀ, ਬਿਨਾਂ ਕਿਸੇ ਜੈਂਡਰ ਦੇ ਭੇਦਭਾਵ ਤੋਂ ਵੋਟਾਂ ਪਾਉਣ ਦਾ ਮੌਕਾ ਮਿਲਿਆ, ਔਰ ਉਹਨਾਂ ਨੇ ਆਪਣੀ ਸਰਕਾਰ ਚੁਣੀ ਸੀ। ਕਿਉਂਕਿ ਪਹਿਲੀ ਵਾਰੀ ਪੰਜਾਬ ਦੇ ਲੋਕ ਵੋਟਾਂ ਪਾ ਰਹੇ ਸੀ। ਇਨਫੈਕਟ ਪੂਰੇ ਭਾਰਤ ਦੇ ਲੋਕ, ਪੰਜਾਬ ਦਾ ਸਭ ਤੋਂ ਵੱਧ ਇਫੈਕਟ ਹੋਇਆ ਹੁੰਦਾ ਕਿਉਂਕਿ ਰਿਫਿਊਜੀ ਜਿਹੜੀ ਸਿਚੁਏਸ਼ਨ ਸੀ ਉਹਦੇ ਵਿੱਚ ਰੀਸੈਟਲਮੈਂਟ ਹਜੇ ਇੰਨੀ ਅੱਛੀ ਤਰ੍ਹਾਂ ਹੋ ਨਹੀਂ ਸੀ ਪਾਈ, ਲੋਕ ਇੰਨੇ ਖੁਸ਼ ਨਹੀਂ ਸੀ। ਸੋ ਲੋਕਾਂ ਨੂੰ ਇੱਕ ਲੋਕਤੰਤਰੀ ਢੰਗ ਦੇ ਨਾਲ ਆਪਣਾ ਨੇਤਾ ਚੁਣਨ ਦੇ ਲਈ, ਵੋਟ ਪਾਉਣ ਲਈ ਲੈ ਕੇ ਜਾਣਾ ਬਹੁਤ ਮੁਸ਼ਕਿਲ ਕੰਮ ਸੀ। ਲੋਕਾਂ ਦੇ ਵਿੱਚ ਉਹ એનર્ਜੀ ਕ੍ਰੀਏਟ ਕਰਨੀ ਇਲੈਕਸ਼ਨ ਕਮਿਸ਼ਨ ਵੱਲੋਂ ਕਿ ਤੁਸੀਂ ਵੋਟ ਪਾਣੀ ਹੈ, ਤੁਹਾਡਾ ਅਧਿਕਾਰ ਹੈ, ਤੁਸੀਂ ਇਹਨੂੰ ਵਰਤਣਾ ਹੈ। 1952 ਦੇ ਇਲੈਕਸ਼ਨਸ ਉਹ ਸਮਾਂ ਸੀ ਜਦੋਂ ਬੈਲਟ ਬਾਕਸਸ ਦੀ ਕਮੀ ਹੋ ਗਈ ਸੀ, ਕਿਉਂਕਿ ਪਹਿਲੇ ਇਲੈਕਸ਼ਨ ਸੀ ਪੰਜਾਬ ਦੇ। ਔਰ ਰਿਸਰਚ ਕਰਦੇ ਪੜ੍ਹਨ ਨੂੰ ਵੀ ਸਾਹਮਣੇ ਆਇਆ ਕਿ ਜਿਹੜੇ ਉਸ ਟਾਈਮ ਘਿਓ ਦੇ ਪੀਪੇ ਹੁੰਦੇ ਸੀ, ਘਿਓ ਦੀ ਮੈਂ ਤਸਵੀਰ ਲਗਾ ਦੇਣੀ ਹੈ ਕਿਉਂਕਿ ਆਪਾਂ ਨੂੰ ਕਈਆਂ ਨੂੰ ਭੁੱਲ ਚੁੱਕਾ ਹੋਏਗਾ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇਹ ਪੀਪੇ ਘੱਟ ਹੀ ਦੇਖਣ ਨੂੰ ਮਿਲਦੇ ਆ। ਇਹਨਾਂ ਪੀਪਿਆਂ ਨੂੰ ਬੈਲਟ ਬਾਕਸ ਬਣਾ ਕੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਵਰਤਿਆ ਗਿਆ ਸੀ, ਔਰ ਇਹਨਾਂ ਦੇ ਵਿੱਚ ਲੋਕਾਂ ਨੇ ਵੋਟ ਪਾਈ ਸੀ। 1952 ਯਾਨੀ ਕਿ ਪਹਿਲੇ ਪੰਜਾਬ ਦੇ ਇਲੈਕਸ਼ਨਾਂ ਦੇ ਵਿੱਚ 65 ਲੱਖ ਦੇ ਅਪਰੋਕਸੀਮੇਟਲੀ ਵੋਟਰ ਸੀ, ਔਰ 58% ਟਰਨਆਊਟ ਰਿਹਾ ਸੀ, ਟਰਨਓਵਰ ਰਿਹਾ ਸੀ। ਇੰਨੇ ਲੋਕ, 58% ਲੋਕਾਂ ਨੇ ਆਪਣਾ ਵੋਟ ਦਾ ਅਧਿਕਾਰ ਪਹਿਲੀ ਵਾਰੀ ਯੂਜ਼ ਕੀਤਾ ਔਰ ਆਪਣੀ ਸਰਕਾਰ ਚੁਣੀ ਸੀ। ਟੋਟਲ ਪੰਜਾਬ ਦੇ ਵਿੱਚ 121 ਸੀਟਾਂ ਦੇ ਚੁਣਾਵ ਲੜੇ ਗਏ ਸੀ। ਜਿਹੜੀਆਂ ਪ੍ਰਮੁੱਖ ਪਾਰਟੀਆਂ ਸੀ ਉਹ ਸੀ ਇੰਡੀਅਨ ਨੈਸ਼ਨਲ ਕਾਂਗਰਸ। ਇੰਡੀਅਨ ਨੈਸ਼ਨਲ ਕਾਂਗਰਸ ਇੱਕ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਪਹਿਲੇ 50 ਸਾਲ ਆਜ਼ਾਦੀ ਤੋਂ ਬਾਅਦ ਡੋਮੀਨੈਂਸ ਦੇ ਵਿੱਚ ਰਹੀ ਹੈ। ਉਹਦੀ ਪਹਿਲੇ 30 ਸਾਲ ਤੱਕ ਤਾਂ ਆਲਮੋਸਟ ਮੋਨੋਪੋਲੀ ਚੱਲੀ ਆ ਕਾਂਗਰਸ ਦੀ, ਉਸ ਤੋਂ ਬਾਅਦ ਵੀ ਉਹਦੀ ਡੋਮੀਨੈਂਸ ਰਹੀ ਆ। ਉਸ ਤੋਂ ਬਾਅਦ ਜਾ ਕੇ ਬਾਕੀ ਪਾਰਟੀਆਂ ਜਿਹੜੀਆਂ ਉਹ ਪ੍ਰਮੁੱਖਤਾ ਦੇ ਨਾਲ ਅੱਗੇ ਉੱਭਰ ਕੇ ਆਉਂਦੀਆਂ। ਸੋ 1952 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪਾਰਟੀ ਸੀ ਕਿਉਂਕਿ ਉਹਨਾਂ ਨੇ ਆਪਣਾ 1996 ਦੇ ਵਿੱਚ ਆਪਣਾ ਸੰਵਿਧਾਨ ਬਦਲਿਆ, ਜਿਹਦੇ ਵਿੱਚ ਉਹ ਸੈਕੂਲਰ ਇਮੇਜ ਦੇ ਨਾਲ ਆਇਆ। ਸੋ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੀ ਉਹ ਸਿੱਖਾਂ ਦੀ ਪਾਰਟੀ ਸੀ। ਨਾਲ ਹੀ ਜਨ ਸੰਘ ਸੀ। ਜਨ ਸੰਘ ਜਿਹੜਾ ਬਾਅਦ ਵਿੱਚ ਬੀਜੇਪੀ ਬਣਦਾ ਹੈ, ਜਿਨ੍ਹਾਂ ਨੂੰ ਹਿੰਦੂਤਵਾ ਦਾ ਏਜੰਡਾ ਖੇਡਣ ਵਾਲੀ ਪਾਰਟੀ ਮੰਨਿਆ ਜਾਂਦਾ। ਸੋ ਜਨ ਸੰਘ ਵੀ ਪੰਜਾਬ ਦੇ ਵਿੱਚ ਭਰਪੂਰ ਸੀ, ਭਰਪੂਰ ਤਰੀਕੇ ਨਾਲ ਆਪਣੀਆਂ ਐਕਟੀਵਿਟੀਜ਼ ਕਰਦੀ ਸੀ, ਔਰ ਵੋਟਾਂ ਦੇ ਵਿੱਚ ਉਹਨਾਂ ਨੇ ਪ੍ਰੋਪਰ ਆਪਣਾ ਯੋਗਦਾਨ ਜਿਹੜਾ ਆਪਣੇ ਕੈਂਡੀਡੇਟ ਖੜੇ ਕੀਤੇ ਹੋਏ ਸੀ। ਨਾਲ ਹੀ ਜ਼ਮੀਨਦਾਰਾ ਪਾਰਟੀ ਸੀ, ਬਹੁਤ ਲੋਕ ਇੰਡੀਪੈਂਡੈਂਟ ਖੜੇ ਹੋਏ ਸੀ। ਕਮਿਊਨਿਸਟ ਪਾਰਟੀ ਵੀ 1952 ਦੇ ਇਲੈਕਸ਼ਨਾਂ ਦੇ ਵਿੱਚ ਪੁਰਜ਼ੋਰ ਤਰੀਕੇ ਦੇ ਨਾਲ ਇਲੈਕਸ਼ਨਾਂ 'ਚ ਉਤਰੀ ਸੀ। ਲਾਲ ਕਮਿਊਨਿਸਟ ਹਿੰਦ ਪਾਰਟੀ ਜਿਹੜੀ ਕਿ ਤੇਜਾ ਸਿੰਘ ਸੁਤੰਤਰ ਦੀ ਪਾਰਟੀ ਸੀ, ਜੋ ਬਾਅਦ ਵਿੱਚ ਇੱਕ ਆਰਮਡ ਸਟਰਗਲ ਵੱਲ ਵੀ ਹੌਲੀ-ਹੌਲੀ ਵਧਦੀ ਗਈ। ਨਾਲ ਹੀ ਸੁਭਾਸ਼ ਚੰਦਰ ਬੋਸ ਦੀ ਪਾਰਟੀ ਜਿਹੜੀ ਕਿ ਕਾਂਗਰਸ ਤੋਂ ਅਲੱਗ ਹੋ ਕੇ ਉਹਨਾਂ ਨੇ ਬਣਾਈ ਸੀ, ਜਿਹਨੂੰ ਫਾਰਵਰਡ ਬਲੌਕ ਕਿਹਾ ਜਾਂਦਾ ਸੀ, ਉਹ ਪਾਰਟੀ ਵੀ 1952 ਦੇ ਪੰਜਾਬ ਦੇ ਇਲੈਕਸ਼ਨਾਂ ਦੇ ਵਿੱਚ ਚੋਣਾਂ ਕੰਟੈਸਟ ਕਰਦੀ ਹੈ। ਡਾਕਟਰ ਅੰਬੇਦਕਰ ਦੀ ਬਣਾਈ ਐਸਸੀ ਸ਼ੈਡਿਊਲ ਕਾਸਟ ਫੈਡਰੇਸ਼ਨ ਵੀ ਚੁਣਾਵ ਕੰਟੈਸਟ ਕਰਦੀ ਹੈ। ਸੋਸ਼ਲਿਸਟ ਪਾਰਟੀ ਵੀ ਚੁਣਾਵਾਂ ਦੇ ਵਿੱਚ ਉਤਰੀ ਹੁੰਦੀ ਹੈ।
ਨਾਲ ਹੀ ਜਿਹੜੀਆਂ ਦੋ ਹਿੰਦੂ ਆਰਗੇਨਾਈਜੇਸ਼ਨਸ ਹੁੰਦੀਆਂ ਨੇ, ਜਿਹੜੀਆਂ ਹਿੰਦੂ ਮਹਾਸਭਾ ਐਂਡ ਰਾਮ ਰਾਜ්य परिषद ਵੀ 4 ਸੀਟਾਂ ਦੇ ਉੱਤੇ ਇਲੈਕਸ਼ਨ ਕੰਟੈਸਟ ਕਰਦੀ ਹੈ। ਉਹ ਜਿਹੜਾ ਮਾਹੌਲ ਸੀ ਪੰਜਾਬ ਦੇ ਵਿੱਚ, ਉਦੋਂ ਪੋਸਟਰ ਵੀ ਜ਼ਿਆਦਾ ਇਸ ਤਰ੍ਹਾਂ ਹੱਥਾਂ ਨਾਲ ਹੀ ਬਣਾਏ ਹੋਏ ਹੁੰਦੇ ਸੀ, ਇਦਾਂ ਹੀ ਕੰਪੇਨ ਚਲਾਈ ਜਾਂਦੀ ਸੀ। ਐਡੀਆਂ ਵੱਡੀਆਂ ਗੱਡੀਆਂ ਐਂਡ ਆਲ ਦੈਟ ਡਰਾਮੇਬਾਜ਼ੀ ਨਹੀਂ ਸੀ ਹੁੰਦੀ, ਬਹੁਤ ਸਿੰਪਲ ਫਾਰਮ ਦੇ ਨਾਲ ਇਲੈਕਸ਼ਨਸ ਕੰਟੈਸਟ ਕਰਵਾਏ ਜਾਂਦੇ ਸੀ। ਵਿਲੀ ਜੀਪ ਮੈਕਸਿਮਮ ਜਿਹੜੀ ਵੱਡੇ ਤੋਂ ਵੱਡੀ ਚੀਜ਼ ਅਗਰ ਸੀ, ਉਹਦੇ ਚ ਵਿਲੀ ਜੀਪ ਹੁੰਦੀ ਸੀ ਗੱਡੀ, ਜਿਹੜੀ ਇੱਕ ਜਿਹਦੇ ਵਿੱਚ ਟਰੈਵਲ ਕਰਦੇ ਸੀ ਜਿਹੜੇ ਕੰਟੈਸਟੈਂਟ ਹੁੰਦੇ ਸੀ, ਜਾਂ ਬੱਸਾਂ ਦੇ ਵਿੱਚ ਜਾਂਦੇ ਹੁੰਦੇ ਸੀ ਕੰਪੇਨ ਕਰਨ ਦੇ ਲਈ। 1952 ਦੇ ਇਲੈਕਸ਼ਨਸ ਦੀਆਂ ਕੁਝ ਤਸਵੀਰਾਂ ਵੀ ਮੈਂ ਇਹਦੇ ਵਿੱਚ ਤੁਹਾਨੂੰ ਦਿਖਾਉਣ ਦੇ ਲਈ ਨਾਲ ਲਗਾ ਰਹੀ ਹਾਂ, ਸੋ ਦੈਟ ਵੀ ਕੈਨ ਫੀਲ ਕਿ ਉਸ ਟਾਈਮ ਦੇ ਲੋਕਾਂ ਦਾ ਕੀ ਮਾਹੌਲ ਸੀ। ਡੈਫੀਨੇਟਲੀ ਮਾਡਰਨਾਈਜੇਸ਼ਨ ਨਹੀਂ ਸੀ, ਬੜੀ ਸਿੰਪਲ ਜ਼ਿੰਦਗੀ ਜੀਣ ਵਾਲੇ ਸੀ। ਗਰੀਬੀ ਸੀ, ਕਿਤੇ ਨਾ ਕਿਤੇ ਗਰੀਬੀ ਤੋਂ ਖੜਾ ਨਹੀਂ ਸੀ ਛੁੱਟ ਪਾਇਆ ਅੱਗੇ ਆਉਣ ਵਾਲੇ ਕਈ ਸਾਲਾਂ ਤੱਕ ਵੀ। ਜਿਹੜੀ ਪਹਿਲੀ ਪੰਜਾਬ ਦੀ ਸਰਕਾਰ ਸੀ 1947 ਤੋਂ 1951 ਤੱਕ, ਉਹਦੇ 'ਚ ਮੈਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ 3 ਵਾਰੀ ਸੀਐਮ ਬਣਦੇ ਆ, ਸੀਐਮ ਬਦਲਦੇ ਆ। ਕਿਉਂ ਬਦਲਦੇ ਆ? ਕਿਉਂਕਿ ਕਾਂਗਰਸੀਆਂ ਦੀ ਆਪਸ ਦੇ ਵਿੱਚ ਜਿਹੜਾ ਅੰਦਰੂਨੀ ਕਲੇਸ਼ ਹੁੰਦਾ ਉਹਦੇ ਕਰਕੇ, ਸੋ ਗਵਰਨਰ ਰੂਲ ਲੱਗਦਾ। ਉਸ ਟਾਈਮ ਵੀ ਪੰਜਾਬ ਦੇ ਵਿੱਚ ਕਰਪਸ਼ਨ, ਨੈਪੋਟਿਜ਼ਮ, ਆਪਣਿਆਂ ਨੂੰ ਠੇਕੇ ਦੇਣ ਦਾ ਰਿਵਾਜ, ਆਪਣਿਆਂ ਨੂੰ ਹੀ ਸਾਰੇ ਸਰਕਾਰੀ ਕੰਟਰੈਕਟ ਦੇਣੇ, ਮੋਟਰ ਟਰਾਂਸਪੋਰਟੇਸ਼ਨ ਤੇ ਸਿੱਖਾਂ ਦਾ ਕਬਜ਼ਾ ਸੀ, ਟੈਕਸੀ ਬਿਜ਼ਨਸ ਤੇ ਸਿੱਖਾਂ ਦਾ ਇੱਕ ਤਰ੍ਹਾਂ ਦਾ ਕਬਜ਼ਾ ਸੀ। ਔਰ ਜਿਹੜਾ ਇਹ ਪੰਜਾਬ ਸੀ, ਇਹ ਇਕੱਠਾ ਪੰਜਾਬ ਸੀ। ਇਟ ਵਾਸ ਅ ਗ੍ਰੇਟ ਪੰਜਾਬ। ਹਰਿਆਣਾ ਵੀ ਨਾਲ ਸੀ, ਹਿਮਾਚਲ ਵੀ ਨਾਲ ਸੀ, ਔਰ ਨਾਲ ਆਪਣਾ ਜਿਹੜਾ ਪੰਜਾਬ ਐਂਡ ਪਲੱਸ ਇਹਦੇ ਵਿੱਚ ਪੈਪਸੂ ਯੂਨੀਅਨ ਵੀ ਸੀ। ਪੈਪਸੂ ਜਿਹੜੀ 6 ਜਾਂ 7 ਰਾਜਿਆਂ ਦੀਆਂ ਜਿਹੜੀਆਂ ਪ੍ਰਿੰਸਲੀ ਸਟੇਟ ਸੀਗੀਆਂ, ਉਹਨਾਂ ਦੀ ਇੱਕ ਅਲੱਗ ਯੂਨੀਅਨ ਸੀ, ਜਿਹਦੇ ਵਿੱਚ ਉਹਨਾਂ ਦਾ ਆਪਣਾ ਸੀਐਮ ਹੁੰਦਾ ਸੀ, ਆਪਣੇ ਉਹਨਾਂ ਦੇ ਚੁਣਾਵ ਅਲੱਗ ਤਰੀਕੇ ਨਾਲ ਹੁੰਦੇ ਸੀ, ਔਰ ਉਹਦੇ ਅੰਦਰ ਇੱਕ ਤਰ੍ਹਾਂ ਨਾਲ ਜ਼ਿਮੀਂਦਾਰਾ ਸਿਸਟਮ, ਜਿਹੜਾ ਫਿਊਡਲ ਸਿਸਟਮ ਸੀ, ਉਹ ਹਜੇ ਤੱਕ ਵੀ ਚੱਲਦਾ ਸੀ। ਪੰਜਾਬ ਦੇ ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਇਹਨਾਂ ਇਲੈਕਸ਼ਨਾਂ ਦੇ ਵਿੱਚ ਬਹੁਤ ਯੰਗ ਉਮਰ ਦੇ ਵਿੱਚ ਸੀ। ਉਹਨਾਂ ਦੀ ਇੱਕ ਇੰਟਰਵਿਊ ਮੈਂ ਸੁਣਦੀ ਸੀ, ਤਾਂ ਕਹਿ ਰਹੇ ਸੀ ਕਿ ਇਸ ਇਲੈਕਸ਼ਨਾਂ ਦੇ ਵਿੱਚ ਮੈਂ ਆਪਣੇ ਸੀਨੀਅਰ ਲੀਡਰਸ ਦੀਆਂ ਬੱਸਾਂ ਦੇ ਵਿੱਚੋਂ ਜਿਨ੍ਹਾਂ 'ਚ ਜਾਂਦੇ ਸੀ, ਉਹਨਾਂ ਬੱਸਾਂ ਦੇ ਵਿੱਚ ਮੈਂ ਡਰਾਈਵਰ ਹੁੰਦਾ ਸੀ, ਮੈਂ ਨਾਲ ਅੱਗੇ ਬੱਸ ਚਲਾਉਂਦਾ ਹੁੰਦਾ ਸੀ ਉਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣ ਦੇ ਲਈ। ਸੋ ਇਹ ਸਾਰੇ ਦ੍ਰਿਸ਼ ਜਿਹੜੇ ਆ ਪੰਜਾਬ ਦੀ ਫਸਟ ਇਲੈਕਸ਼ਨ ਦੇ ਆ, ਜਿਹਦੇ ਵਿੱਚ ਉਹੀ ਘੀ ਦੇ ਪੀਪਿਆਂ ਦੇ ਵਿੱਚ ਬੈਲਟ ਬਾਕਸ ਬਣਾਏ ਗਏ, ਔਰ ਜਿੰਨੀਆਂ ਵੋਟਾਂ ਆਉਂਦੀਆਂ ਸੀ ਉਹਨਾਂ ਨੂੰ ਗਿਣਨ ਦੇ ਲਈ ਕਈ ਦਿਨ ਲੱਗ ਜਾਂਦੇ ਸੀਗੇ, ਔਰ ਬਲੈਕ ਬੋਰਡ ਦੇ ਉੱਤੇ ਚੌਕ ਦੇ ਨਾਲ ਵੋਟਾਂ ਦਾ ਕਾਊਂਟ ਰੱਖਿਆ ਜਾਂਦਾ ਸੀ। ਇਹਨਾਂ ਇਲੈਕਸ਼ਨਾਂ ਦੇ ਵਿੱਚ ਜੋ ਮੇਨ ਮੁੱਦੇ ਇਹੀ ਸੀ, ਕਰਪਸ਼ਨ। ਕਾਂਗਰਸ ਦੀ ਸਰਕਾਰ ਰਹੀ ਸੀ ਪਹਿਲਾਂ, ਔਰ ਕਾਂਗਰਸ ਵਾਲਿਆਂ ਤੇ ਬਹੁਤ ਵੱਡੇ ਇੱਕ ਕਰਪਸ਼ਨ ਦੇ ਚਾਰजेस ਬਾਕੀ ਧਿਰਾਂ ਵੱਲੋਂ ਉਠਾਏ ਜਾਂਦੇ ਸੀ ਕਿ ਇਹ ਕਰਪਸ਼ਨ ਕਰਦੇ ਨੇ, ਭ੍ਰਿਸ਼ਟਾਚਾਰ ਕਰਦੇ ਨੇ। ਸਭ ਤੋਂ ਵੱਡੇ ਇਲਜ਼ਾਮ ਜਿਹੜੇ ਲੱਗਦੇ ਸੀ ਕਿ ਆਪਣੇ ਨੈਪੋਟਿਜ਼ਮ ਵੀ, ਜਿਹੜੇ ਉਹਨਾਂ ਦੇ ਨੇੜਦੇ ਲੋਕ ਆ ਜਾਂ ਉਹਨਾਂ ਦੇ ਰਿਸ਼ਤੇਦਾਰ ਆ, ਪਰਿਵਾਰ ਆ, ਦੋਸਤ ਆ, ਉਹਨਾਂ ਨੂੰ ਹੀ ਸਰਕਾਰੀ ਕੰਮ ਦੇ ਠੇਕੇ ਸੌਂਪੇ ਜਾਂਦੇ ਆ, ਉਹਨਾਂ ਨੂੰ ਹੀ ਅੱਗੇ ਪ੍ਰਮੋਟ ਕੀਤਾ ਜਾਂਦਾ, ਆਮ ਜਨਤਾ ਨੂੰ ਹੱਕ ਨਹੀਂ ਮਿਲਦਾ। ਪੁਲਿਸ ਸਿਸਟਮ ਦੇ ਉੱਤੇ ਕਾਫੀ ਮੁੱਦੇ ਇਹਦੇ ਵਿੱਚ ਸੀ ਕਿ ਪੁਲਿਸ ਜਿਹੜੀ ਆ ਲੋਕਾਂ ਦੇ ਉੱਤੇ ਲਾਠੀ ਚਾਰਜ ਕਰਦੀ ਆ। ਕਮਿਊਨਲਿਜ਼ਮ ਦਾ ਮਾਹੌਲ ਸੀ ਪੰਜਾਬ ਦੇ ਵਿੱਚ। ਜਿਹੜੀ ਕਾਂਗਰਸ ਪਾਰਟੀ ਸੀ ਉਹ ਆਪਣੇ ਆਪ ਨੂੰ ਬਹੁਤ ਦੁੱਧ ਧੋਤੇ ਸ਼ੁਰੂ ਤੋਂ ਸਮਝਦੇ ਸੀ ਕਿ ਅਸੀਂ ਕਮਿਊਨਲਿਜ਼ਮ 'ਚ ਵਿਸ਼ਵਾਸ ਨਹੀਂ ਕਰਦੇ, ਫਿਰਕਾ ਪ੍ਰਸਤੀ ਨਹੀਂ ਕਰਦੇ। ਜਿਹੜੀਆਂ ਬਾਕੀ ਪਾਰਟੀਆਂ ਆ, ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ, ਇਹਨਾਂ ਦੇ ਉੱਤੇ ਇੱਕ ਐਲੀਗੇਸ਼ਨ ਲੱਗਦੀ ਸੀ ਕਿ ਇਹ ਕਮਿਊਨਲਿਜ਼ਮ ਨੂੰ ਪ੍ਰਮੋਟ ਕਰਦੇ ਆ। ਪੋਲਿਟਿਕਸ ਆਫ ਆਈਡੈਂਟੀਟੀ ਐਂਡ ਪੋਲਿਟਿਕਸ ਆਫ ਰਿਲੀਜੀਅਨ, ਇਹ ਕੋਈ ਨਵੀਂ ਗੱਲ ਨਹੀਂ ਹੈ। ਜਦੋਂ ਦਾ ਭਾਰਤ ਆਜ਼ਾਦ ਹੋਇਆ, ਚਾਹੇ ਭਾਰਤ ਦਾ ਸਟਰਕਚਰ ਜਿਹੜਾ ਕਨਸਟੀਟਿਊਸ਼ਨਲ, ਉਹਨੂੰ ਸੈਕੂਲਰ ਆਪਾਂ ਮੰਨਦੇ ਆ, ਬਟ ਅਗਰ ਆਪਾਂ ਪਾਰਟੀਆਂ ਦੀਆਂ ਗਤੀਵਿਧੀਆਂ ਦੇਖੀਏ 1951 ਦੇ ਵਿੱਚ ਵੀ ਔਰ ਅੱਜ ਦੇ ਸਮੇਂ ਦੇ ਵਿੱਚ ਵੀ, ਇਹ ਸੈਕੂਲਰ ਓਰੀਐਂਟਡ ਗਤੀਵਿਧੀਆਂ ਨਹੀਂ ਆ। ਅੱਜ ਵੀ ਸਿੱਖ ਚਿਹਰੇ ਦੀ ਪੋਲਿਟਿਕਸ ਹੈ, ਔਰ 1952 ਦੇ ਵਿੱਚ ਆਪਾਂ ਅੱਗੇ ਗੱਲ ਕਰਾਂਗੇ ਕਿ ਇੱਥੋਂ ਸਿੱਖ ਪੋਲਿਟਿਕਸ, ਜਿਹੜੀ ਸਿੱਖ ਚਿਹਰੇ ਦੀ ਰਾਜਨੀਤੀ, ਉੱਥੋਂ ਸ਼ੁਰੂ ਹੋ ਜਾਂਦੀ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਓਨਲੀ ਐਂਡ ਓਨਲੀ ਇਦਾਂ ਦਾ ਧੜਾ ਹੁੰਦਾ ਜਿਹੜਾ ਟੱਕਰ ਦੇਣ ਦੇ ਕਾਬਿਲ ਹੁੰਦਾ, ਬਟ ਕਾਂਗਰਸ ਦੀ ਡੋਮੀਨੈਂਸ ਐਡੀ ਜ਼ਿਆਦਾ ਹੁੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨੇੜੇ ਵੀ ਨਹੀਂ ਪਹੁੰਚ ਸਕਦਾ। ਇਹਨਾਂ ਇਲੈਕਸ਼ਨਾਂ ਦੇ ਵਿੱਚ ਵੀ ਅਗਰ ਆਪਾਂ ਗੱਲ ਕਰੀਏ ਤਾਂ 40% ਦੇ ਅਪਰੋਕਸੀਮੇਟਲੀ ਵੋਟ ਸ਼ੇਅਰ ਕਾਂਗਰਸ ਦਾ ਸੀ, ਔਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟ ਸ਼ੇਅਰ ਸੀ that was 12.7% ਮੇਅਰਲੀ। ਸੋ ਬਹੁਤ ਹਿਊਜ ਗੈਪ ਸੀ। ਲੇਕਿਨ ਆਪਾਂ ਅੱਗੇ ਦੇਖਿਆ ਅੱਜ ਤੱਕ ਕਿ ਓਨਲੀ ਐਂਡ ਓਨਲੀ ਜਿਹੜੀਆਂ ਬਾਕੀ ਸਾਰੀ ਪਾਰਟੀਆਂ ਆ, ਜਮੀਂਦਾਰਾ ਪਾਰਟੀ, ਸੋਸ਼ਲਿਸਟ ਪਾਰਟੀ, ਫਾਰਵਰਡ ਬਲੌਕ, ਕਮਿਊਨਿਸਟ ਪਾਰਟੀ, ਹਿੰਦੂ ਮਹਾਸਭਾ, ਭਾਰਤੀ ਜਨਸੰਘ, ਇਹਨਾਂ ਦੇ ਵਿੱਚੋਂ ਅਗਰ ਕੋਈ ਕਾਂਗਰਸ ਦੇ ਮੁਕਾਬਲੇ ਉੱਪਰ ਉੱਠ ਕੇ ਪਾਰਟੀ ਆਈ ਹੈ ਤਾਂ ਉਹ ਸਿਰਫ ਔਰ ਸਿਰਫ ਸ਼੍ਰੋਮਣੀ ਅਕਾਲੀ ਦਲ ਆਈ ਹੈ। ਬਾਕੀ ਪਾਰਟੀਆਂ ਕਿਤੇ
ਬਹੁਤ ਪਿੱਛੇ ਰਹਿ ਗਈਆਂ ਜਾਂ ਖਤਮ ਹੋ ਗਈਆਂ ਅੱਜ ਦੇ ਸਮੇਂ ਦੇ ਵਿੱਚ। ਪੰਡਿਤ ਜਵਾਹਰ ਲਾਲ ਨਹਿਰੂ ਪੰਜਾਬ ਦੇ ਵਿੱਚ 6 ਤੋਂ 7 ਰੈਲੀਜ਼ ਕਰਦੇ ਨੇ ਅਲੱਗ-ਅਲੱਗ ਜਗ੍ਹਾ ਦੇ ਵਿੱਚ। ਮੈਂ ਫਿਰ ਕਹਦਾ ਇਹ ਉਹ ਪੰਜਾਬ ਸੀ ਜਿਹੜਾ ਜਿਹਦੇ ਵਿੱਚ ਹਰਿਆਣਾ ਵੀ ਸ਼ਾਮਿਲ ਸੀ, ਹਿਮਾਚਲ ਦਾ ਕੁਝ ਹਿੱਸਾ ਵੀ ਸ਼ਾਮਿਲ ਸੀ। ਸੋ ਉੱਥੋਂ ਤੱਕ ਉਹ ਰੈਲੀਆਂ ਕਰਦੇ ਨੇ, 6 ਰੈਲੀਆਂ ਅਲੱਗ-ਅਲੱਗ ਥਾਵਾਂ ਤੇ ਆਰਗੇਨਾਈਜ਼ ਕੀਤੀਆਂ ਜਾਂਦੀਆਂ। ਉਹਦੇ ਵਿੱਚ ਰੈਲੀਆਂ ਦੇ ਅਗਰ ਆਪਾਂ ਭਾਸ਼ਣ ਪੰਡਿਤ ਨਹਿਰੂ ਦੇ ਰੈਫਰੈਂਸ ਦੇਖੀਏ ਤਾਂ ਉਹਦੇ ਵਿੱਚ ਇੱਕੋ ਹੀ ਗੱਲ ਬਾਰ-ਬਾਰ ਕਹੀ ਜਾਂਦੀ ਹੈ ਕਿ ਕਮਿਊਨਲਿਜ਼ਮ ਜਿਹੜੀ ਹੈ ਫਿਰਕਾ ਪ੍ਰਸਤੀ ਆ, ਇਹਨੂੰ ਰੋਕੋ, ਫਿਰਕਾ ਪ੍ਰਸਤੀ ਨੂੰ ਰੋਕਣਾ ਚਾਹੀਦਾ ਹੈ। ਫਿਰਕਾ ਪ੍ਰਸਤੀ ਆਪਣੇ ਲਈ ਮਾੜੀ ਹੈ। ਔਰ ਨਾਲ ਦੀ ਨਾਲ ਉਹ ਹਰ ਗੱਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਰੂਰ ਕੰਡੈਮ ਕਰਦੇ ਸੀ ਰੈਲੀਜ਼ ਦੇ ਵਿੱਚ ਵੀ, ਇਹ ਕਮਿਊਨਲਿਜ਼ਮ ਵਧਾਉਂਦੇ ਆ, ਇਹ ਲੋਕਾਂ ਦੇ ਵਿੱਚ ਫਿਰਕਾ ਪ੍ਰਸਤੀ ਵਧਾਉਂਦੇ ਆ। ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬੀ ਸੂਬਾ ਮੂਵਮੈਂਟ ਕਿਹਾ ਜਾਂਦਾ ਵੈਸੇ ਤਾਂ ਕਿ ਉਹ 1954 ਦੇ ਅਰਾਊਂਡ ਜ਼ਿਆਦਾ ਸ਼ੁਰੂ ਹੋਈ ਆ, ਬਟ ਉਹ 1947 ਤੋਂ ਪਹਿਲਾਂ ਤੋਂ ਹੀ ਪੰਜਾਬੀ ਸੂਬਾ ਮੂਵਮੈਂਟ ਇੱਕ ਤਰ੍ਹਾਂ ਦਾ ਹੋਂਦ ਦੇ ਵਿੱਚ ਸੀ। ਲੇਕਿਨ that was a different scenario ਕਿ 1954 ਤੋਂ ਬਾਅਦ ਉਹ ਇੱਕ ਜ਼ੋਰ ਪਕੜਦੀ ਹੈ ਪੰਜਾਬੀ ਸੂਬਾ ਮੂਵਮੈਂਟ ਤੇ। ਆਪਾਂ ਬਿਲਕੁਲ ਕੰਪਲੀਟਲੀ ਟੋਟਲ ਇੱਕ ਫੁੱਲ ਫਲੈਜ ਵੀਡੀਓ ਇਸ ਤੋਂ ਬਾਅਦ ਨੈਕਸਟ ਅਪਲੋਡ ਕਰਾਂਗੇ, ਜਿਹਦੇ ਵਿੱਚ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ, ਮਤਲਬ ਆਜ਼ਾਦੀ ਤੋਂ ਪਹਿਲਾਂ ਤੋਂ ਮਾਹੌਲ ਜਿਹੜਾ ਪੰਜਾਬੀ ਸੂਬੇ ਦਾ ਕਿਸ ਤਰ੍ਹਾਂ ਬਣਿਆ ਉਹਦੀ ਗੱਲਬਾਤ ਕਰਾਂਗੇ ਤੇ ਅਲਟੀਮੇਟਲੀ ਦੇਖਾਂਗੇ ਕਿ ਪੰਜਾਬੀ ਸੂਬਾ ਮੂਵਮੈਂਟ ਫੇਲ ਪ੍ਰੋਜੈਕਟ ਸੀ ਜਾਂ ਸਕਸੈਸਫੁਲ ਪ੍ਰੋਜੈਕਟ ਸੀ। ਸੋ ਫਿਲਹਾਲ ਇਹ ਦੱਸਣ ਦਾ ਮਤਲਬ ਇਹ ਹੈ ਕਿ ਜਿਹੜਾ ਪੰਜਾਬੀ ਸੂਬਾ ਮੂਵਮੈਂਟ ਸੀਗੀ ਉਹਦੇ ਤੋਂ ਆਪਾਂ ਇਹ ਅੰਦਾਜ਼ਾ ਲਗਾ ਸਕਦੇ ਨਾ ਕਿਤੇ ਕਿ ਆਈਡੈਂਟੀਟੀ ਪੋਲਿਟਿਕਸ ਦੀ ਗੇਮ ਬਹੁਤ ਜ਼ਿਆਦਾ ਸੀ। ਉਸ ਟਾਈਮ ਜਿਹੜੀ ਸਿੱਖ ਆਈਡੈਂਟੀਟੀ ਸੀ ਉਹ ਆਪਣੇ ਆਪ ਨੂੰ ਪੰਜਾਬੀ ਭਾਸ਼ਾ ਨਾਲ ਐਸੋਸੀਏਟ ਕਰਦੇ ਸੀ, ਔਰ ਜਿਹੜੀ ਹਿੰਦੂ ਆਈਡੈਂਟੀਟੀ ਸੀ, ਜਿਹੜੀ ਹਿੰਦੂ ਭਾਈਚਾਰਾ ਸੀ, ਉਹ ਆਪਣੇ ਆਪ ਨੂੰ ਹਿੰਦੀ ਭਾਸ਼ਾ ਨਾਲ ਐਸੋਸੀਏਟ ਕਰਦੇ ਸੀ। ਸੋ ਇੱਕ ਇਸ ਤਰ੍ਹਾਂ ਦਾ ਮਾਹੌਲ ਸੀ ਉੱਥੇ। ਪਾਰਟੀਸ਼ਨ ਤੋਂ ਪਹਿਲਾਂ, ਆਜ਼ਾਦੀ ਤੋਂ ਪਹਿਲਾਂ ਹਿੰਦੂ ਔਰ ਸਿੱਖ ਇਕੱਠੇ ਹੋ ਕੇ ਮੁਸਲਿਮਸ ਦੇ ਖਿਲਾਫ, ਉਹ ਮੁਸਲਿਮਸ ਜਿਹੜੇ ਕਮਿਊਨਲ ਸੀਗੇ, ਜਿਹੜੇ ਕਿ ਪਾਕਿਸਤਾਨ ਦੀ ਵੰਡ ਦੇ ਲਈ ਖੂਨ ਖਰਾਬਾ ਕਰ ਰਹੇ ਸੀ, ਉਹਨਾਂ ਦੇ ਖਿਲਾਫ ਲੜਦੇ ਸੀ। ਸਾਰੇ ਮੁਸਲਮਾਨਾਂ ਦੇ ਖਿਲਾਫ ਨਹੀਂ, ਲੇਕਿਨ ਕੁਝ ਦੇ ਖਿਲਾਫ। ਲੇਕਿਨ ਆਜ਼ਾਦੀ ਤੋਂ ਬਾਅਦ ਕੀ ਹੋਇਆ ਕਿ ਹਿੰਦੂ ਐਂਡ ਸਿੱਖ ਭਾਈਚਾਰਾ ਆਪਸ 'ਚ ਹੀ ਲੜਨ ਲੱਗ ਗਿਆ। ਇਹਦੇ ਪਿੱਛੇ ਪੋਲੀਟੀਕਲ ਕਾਰਨ ਵੀ ਹੋ ਸਕਦੇ ਨੇ, ਇਹਦੇ ਪਿੱਛੇ ਵਾਕਈ ਹੋ ਸਕਦਾ ਕਿ ਜੈਨੂਇਨ ਨੀਡ ਹੋਵੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੀ, ਕਿ ਪੋਲਿਟਿਕਸ ਦੇ ਵਿੱਚ ਅਗਰ ਉਹਨਾਂ ਨੇ ਕਾਂਗਰਸ ਦੇ ਮੁਕਾਬਲੇ ਖੜੇ ਹੋਣਾ ਤਾਂ ਉਹਨਾਂ ਨੂੰ ਇੱਕ ਸਿੱਖ ਮੈਜੋਰਿਟੀ ਸੂਬਾ ਚਾਹੀਦਾ ਹੀ ਚਾਹੀਦਾ ਸੀ। ਕਿਉਂਕਿ ਜਿਹੜਾ ਪੰਜਾਬ ਸੀ ਉਹਦੇ ਵਿੱਚ 60% ਹਿੰਦੂ ਸੀ, ਸਿਰਫ 38 ਜਾਂ 40% ਸਿੱਖ ਸੀਗੇ। ਸੋ ਓਬਵੀਅਸਲੀ ਜਿਹੜੀ ਕਾਂਗਰਸ ਸੀ, ਕਾਂਗਰਸ ਦਾ ਸ਼ੁਰੂ ਤੋਂ ਇੱਕ ਇਮੇਜ ਇਹ ਸੀਗੀ ਆਜ਼ਾਦੀ ਤੋਂ ਵੀ ਪਹਿਲਾਂ ਤੋਂ ਕਿ ਇਹ ਇੱਕ ਹਿੰਦੂ ਪਾਰਟੀ ਹੈ। ਸੋ ਡੈਫੀਨੇਟਲੀ ਹਿੰਦੂ ਵੋਟ ਸ਼ੇਅਰ ਸੀ ਉਹ ਜਿਹੜਾ ਮੈਕਸਿਮਮ ਕਾਂਗਰਸ ਨੂੰ ਜਾਂਦਾ ਸੀ, ਔਰ ਅਕਾਲੀ ਦਲ ਦੀ ਕੋਈ political validity or political stand ਨਹੀਂ ਸੀ। So to reach a pinnacle, to reach at a level ਜਿੱਥੇ ਅਕਾਲੀ ਦਲ ਡੋਮੀਨੈਂਟ ਹੋ ਸਕੇ, ਉਹਨਾਂ ਨੂੰ ਇੱਕ ਸਿੱਖ ਮੈਜੋਰਿਟੀ ਸਟੇਟ ਜਾਂ ਸਿੱਖ ਮੈਜੋਰਿਟੀ ਸੂਬਾ ਚਾਹੀਦਾ ਹੀ ਸੀ, ਅਦਰਵਾਈਜ਼ ਉਹ ਨਹੀਂ ਖੜੇ ਹੋ ਸਕਦੇ ਸੀ। ਇਹੀ ਸੀਗਾ ਜਿਹੜਾ ਪੰਜਾਬੀ ਸੂਬਾ ਮੂਵਮੈਂਟ ਦੀ ਜਿੰਨੀਆਂ ਗੱਲਾਂ ਬਾਤਾਂ ਅਰਾਊਂਡ ਚੱਲਦੀਆਂ ਸੀ, ਉਹਨਾਂ ਦਾ ਇਨਫਲੂਐਂਸ 1952 ਦੇ ਇਲੈਕਸ਼ਨਾਂ ਦੇ ਵਿੱਚ ਹੁੰਦਾ ਹੈ। ਸੋ ਐਦਾਂ ਦਾ ਸੀ ਸਮਾਜਿਕ ਮਾਹੌਲ ਜਿਹਦੇ ਵਿੱਚ ਹਿੰਦੀ ਔਰ ਪੰਜਾਬੀ ਦੀ ਲੜਾਈ ਸੀ, ਲੈਂਗੁਏਜ ਤੇ ਆਧਾਰਿਤ ਫਿਰਕਾ ਪ੍ਰਸਤੀ ਸੀ ਆਪਣੇ ਪੰਜਾਬ ਦੇ ਸਮਾਜ ਦੇ ਵਿੱਚ। ਗੱਲ ਛੋਟੀ ਜਿਹੀ ਬੈਕਗ੍ਰਾਉਂਡ 'ਚ ਮੈਂ ਲੈ ਜਾਂਦੀ ਹਾਂ ਵੀ 1947 ਦੇ ਜਦੋਂ ਪੰਜਾਬ ਪਾਕਿਸਤਾਨ ਨੂੰ ਨਹੀਂ ਚੁਣਿਆ, ਉਹਨੇ ਇੰਡੀਆ ਨੂੰ ਚੁਣ ਕੇ ਇੰਡੀਆ ਦਾ ਹਿੱਸਾ ਬਣਿਆ, ਤਾਂ ਉਸ ਟਾਈਮ ਪੰਡਿਤ ਨਹਿਰੂ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ। ਤੁਹਾਡੇ ਲਈ ਨਾਰਥ ਦੇ ਵਿੱਚ, ਮਤਲਬ ਪੰਜਾਬ ਦੇ ਵਿੱਚ ਇੱਕ ਐਦਾਂ ਦਾ ਖਿੱਤਾ ਹੋਏਗਾ ਜਿੱਥੇ ਜਿਹੜਾ ਸਿੱਖ ਭਾਈਚਾਰਾ ਉਹ ਆਪਣਾ ਆਜ਼ਾਦੀ ਦਾ ਨਿੱਘ ਮਾਣ ਸਕੇ। ਔਰ ਨਾਲ ਉਹਨਾਂ ਨੇ ਕਿਹਾ ਸੀ ਕਿ ਸਿੱਖ ਇੱਕ ਬਹੁਤ ਬਰੇਵ ਕੌਮ ਹੈ। ਸੋ ਬਰੇਵ ਲੋਕ ਨੇ ਜਿਹੜੇ ਸਿੱਖ ਆ, ਕੌਮ ਨਹੀਂ ਸੀ ਉਹ ਮੰਨਦੇ। ਬਟ ਉਸ ਤੋਂ ਬਾਅਦ ਜਦੋਂ ਮਾਸਟਰ ਤਾਰਾ ਸਿੰਘ, ਜੋ ਇੱਕ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਕੌਮੀ ਨਾਇਕ ਸੀਗੇ, ਉਹਨਾਂ ਦੀਆਂ ਕੰਟੀਨਿਊਅਸ ਐਫਰਟ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਿ ਪੰਜਾਬੀ ਸੂਬਾ ਮੂਵਮੈਂਟ ਜਾਂ ਸਿੱਖ ਹੋਮਲੈਂਡ ਬਣਾਉਣ ਦੇ ਲਈ ਜਿਹੜੀਆਂ ਵਾਰ-ਵਾਰ ਉਹਨਾਂ ਦਾ ਕਾਂਗਰਸ ਪੰਡਿਤ ਨਹਿਰੂ ਨੂੰ ਮਿਲਣਾ ਔਰ ਉਹਨਾਂ ਤੋਂ ਡਿਮਾਂਡ ਕਰਨੀ, ਐਂਡ ਅ ਲੈਵਲ ਕੇਮ ਵੈਨ 1948 ਚ ਡਾਕਟਰ ਅੰਬੇਦਕਰ ਨੂੰ ਮਿਲਦੇ ਔਰ ਉਹਨਾਂ ਨੂੰ ਕਹਿੰਦੇ ਆ ਕਿ ਸਾਨੂੰ ਸਾਡੀ ਭਾਸ਼ਾ ਤੇ ਆਧਾਰਿਤ ਸੂਬਾ ਚਾਹੀਦਾ ਆ, ਸਾਨੂੰ ਸਾਡਾ ਸਿੱਖ ਹੋਮਲੈਂਡ ਚਾਹੀਦਾ। ਤੇ ਡਾਕਟਰ ਅੰਬੇਦਕਰ ਕਹਿੰਦੇ ਕਿ ਭਾਸ਼ਾ ਦੇ ਆਧਾਰਿਤ ਜਿਹੜਾ ਸੂਬਾ ਆ ਉਹ ਤੁਹਾਡਾ ਹੱਕ ਬਣਦਾ, ਉਹ ਤੁਸੀਂ ਲੈ ਸਕਦੇ ਆ, ਪਰ ਸਿੱਖ ਧਰਮ ਦੇ ਆਧਾਰ ਤੇ ਸੂਬਾ ਨਹੀਂ ਮਿਲ ਸਕਦਾ ਕਿਉਂਕਿ ਇੰਡੀਆ ਸੈਕੂਲਰ ਕੰਟਰੀ ਆ। ਨਾਲ ਹੀ ਜਦੋਂ ਇੰਡੀਆ ਇੱਕ ਆਜ਼ਾਦ ਕੰਟਰੀ ਬਣਦਾ ਤਾਂ ਉਹਦੇ ਵਿੱਚ ਇੱਕ ਵਾਅਦਾ ਕੀਤਾ ਜਾਂਦਾ ਕਿ ਜਿੰਨੀਆਂ ਵੀ ਸਟੇਟਸ ਆ, ਜਿੰਨੇ ਵੀ ਸੂਬੇ ਆ, ਉਹਨਾਂ ਦੀ ਦੁਬਾਰਾ ਬਾਉਂਡਰੀਜ਼ ਰੀਆਰਗੇਨਾਈਜੇਸ਼ਨ ਹੋਏਗੀ ਕਲਚਰ ਦੇ ਹਿਸਾਬ ਦੇ ਨਾਲ ਔਰ ਭਾਸ਼ਾ ਦੇ ਹਿਸਾਬ ਦੇ ਨਾਲ। ਸੋ ਇਸ ਮੰਗ ਨੂੰ ਆਧਾਰ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਅੰਡਰ ਦਾ ਲੀਡਰਸ਼ਿਪ ਆਫ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ, ਹੋਰ ਵੀ ਬਹੁਤ ਲੀਡਰ ਸੀ, ਗਿਆਨੀ ਕਰਤਾਰ ਸਿੰਘ, ਹੋਰ ਵੀ ਬਹੁਤ ਸਾਰੇ ਲੀਡਰ ਸੀ, ਪ੍ਰੋਫੈਸਰ ਜੋ ਸਿੰਘ, ਜਿਹੜੇ
ਪੰਜਾਬ ਸੂਬਾ ਮੂਵਮੈਂਟ ਦੇ ਆਗੂ ਸੀ ਜਿਹੜੇ ਇਸ ਚੀਜ਼ ਨੂੰ ਪ੍ਰਮੋਟ ਕਰਦੇ ਸੀ ਪੰਜਾਬੀ ਨੂੰ ਗੁਰਮੁਖੀ ਨੂੰ ਬਚਾਉਣ ਦੇ ਲਈ। ਲੇਕਿਨ ਗਵਰਨਮੈਂਟ ਆਫ ਇੰਡੀਆ ਪੰਜਾਬ ਨੂੰ ਇੱਕ ਬਾਈਲਿੰਗੁਅਲ ਸਟੇਟ ਡਿਕਲੇਅਰ ਕਰ ਦਿੰਦੀ ਹੈ ਕਿ ਇਹ ਦੋ ਭਾਸ਼ਾਵਾਂ ਇਹਦੇ ਵਿੱਚ ਚੱਲਣਗੀਆਂ, ਹਿੰਦੀ ਵੀ ਔਰ ਪੰਜਾਬੀ ਵੀ। ਸੋ ਇਸ ਤੋਂ ਬਾਅਦ ਇੱਕ ਜਿੱਦਾਂ ਕੁਝ ਐਦਾਂ ਦੇ ਸਵਾਲ ਚੱਕੇ ਜਾਂਦੇ ਨੇ ਯਾਨੀ ਕਰਤਾਰ ਸਿੰਘ ਹੁਣਾਂ ਵੱਲੋਂ ਵੀ, ਗੁਰਮੁਖ ਸਿੰਘ ਮੁਸਾਫਿਰ ਹੁਣਾਂ ਵੱਲੋਂ ਵੀ, ਕਨਸਟੀਟਿਊਸ਼ਨ ਦੇ ਵਿੱਚ 14 ਭਾਸ਼ਾਵਾਂ ਨੇ, 14 ਦੇ ਵਿੱਚੋਂ ਬਾਕੀ ਸਭ ਨੂੰ ਉਹਨਾਂ ਦੀ ਭਾਸ਼ਾ ਤੇ ਆਧਾਰਿਤ ਸੂਬੇ ਮਿਲ ਗਏ। ਪੰਜਾਬ ਸਿਰਫ ਇੱਕ ਪੰਜਾਬੀ ਭਾਸ਼ਾ ਨੂੰ ਉਹਦਾ ਆਧਾਰਿਤ ਸੂਬਾ ਨਹੀਂ ਮਿਲਿਆ। ਸੋ ਇੱਕ ਐਦਾਂ ਦੇ ਬਿਹਾਫ, ਐਦਾਂ ਦਾ ਮਾਹੌਲ ਜਿਹੜਾ ਸੀਗਾ ਇਹ ਆਪਣੇ ਸਮਾਜ ਦਾ ਉਸ ਟਾਈਮ ਸੀਗਾ। ਬਾਕੀ ਡਿਟੇਲ ਦੀ ਗੱਲ ਆਪਾਂ ਪੰਜਾਬੀ ਸੂਬਾ ਮੂਵਮੈਂਟ 'ਚ ਕਰਾਂਗੇ ਬਿਕੋਜ਼ ਇਹ ਬਹੁਤ ਵੱਡਾ ਕਨਸੈਪਟ ਹੈ। ਸੋ ਇਹ ਮਾਹੌਲ ਸੀ ਜਿੱਥੇ ਵੋਟਾਂ ਦਾ ਵਟਾਂਦਰਾ, ਜਿਹੜੀ ਪੋਲਰਾਈਜੇਸ਼ਨ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਹੋ ਰਹੀ ਹੈ, ਅੱਜ ਦੇ ਸਮੇਂ 'ਚ ਪੋਲਰਾਈਜੇਸ਼ਨ, ਆਪਣੀ ਵੋਟ ਐਦਾਂ ਵੀ ਅੱਧੇ ਕਾਂਗਰਸੀਏ ਲੋਕ ਨੇ, ਕੁਝ ਅਕਾਲੀਏ ਲੋਕ ਨੇ, ਜਾਂ ਕੁਝ ਆਮ ਆਦਮੀ ਪਾਰਟੀ ਦੀ ਵੋਟ ਹੈ, ਕੁਝ ਫਲੋਟਿੰਗ ਵੋਟ ਹੈ ਜਿਹੜੀ ਕਨਫਿਊਜ਼ਡ ਰਹਿੰਦੀ ਹੈ, ਜਿਹੜੀ ਬਦਲਾਵ ਚਾਹੁੰਦੀ ਹੈ, ਬਦਲਾਵ ਲਈ ਪੈਣਾ ਚਾਹੁੰਦੀ। ਬਟ ਉਸ ਟਾਈਮ ਜਿਹੜੀ ਵੋਟ ਸੀ ਉਹ ਹਿੰਦੀ, ਪੰਜਾਬੀ, ਸਿੱਖ ਦੇ ਵਿੱਚ ਵੰਡੀ ਹੋਈ ਵੋਟ ਸੀ। ਜਿਹੜੀ ਸਿੱਖ ਵੋਟ ਸੀ ਉਹ ਮੰਨਿਆ ਜਾਂਦਾ ਕਿ ਅਕਾਲੀ ਦਲ ਦਾ ਹੱਕ ਸੀ, ਨਾਲ ਹੀ ਜਿਹੜੀ ਹਿੰਦੀ ਵੋਟ ਸੀ ਉਹਦੇ ਤੇ ਕਾਂਗਰਸ ਦਾ ਹੱਕ ਆਉਂਦਾ ਸੀ ਕਿਉਂਕਿ ਹਿੰਦੀ ਬੋਲਦੇ ਇਲਾਕੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸੀ। ਨਾਲ ਹੀ ਜਿਹੜੀ ਦਲਿਤ ਵੋਟ ਸੀ ਉਹ ਇੱਕ ਤਰ੍ਹਾਂ ਨਾਲ ਕਨਫਿਊਜ਼ਡ ਵੋਟ ਸੀ। ਦਲਿਤ ਵੋਟ ਜਿਹੜੀ ਸੀ ਉਹ ਕੁਝ ਵੋਟ ਅਕਾਲੀ ਦਲ ਦੇ ਹੱਕ ਦੇ ਵਿੱਚ ਜਾਂਦੀ ਸੀ ਔਰ ਕੁਝ ਵੋਟ ਕਾਂਗਰਸ ਦੇ ਹੱਕ ਦੇ ਵਿੱਚ ਜਾਂਦੀ ਸੀ। ਚਾਹੇ ਡਾਕਟਰ ਅੰਬੇਦਕਰ ਦੀ ਪਾਰਟੀ ਜਿਹੜੀ ਸੀ ਉਹ SCF ਜਿਹੜੀ ਸੀ, ਸ਼ਡਿਊਲ ਕਾਸਟ ਫੈਡਰੇਸ਼ਨ, ਉਹ ਐਗਜ਼ਿਸਟ ਕਰਦੀ ਸੀ, ਜਿਹੜੀ ਬਾਅਦ ਵਿੱਚ BSP ਐਂਡ ਆਲ ਕਾਂਸ਼ੀ ਰਾਮ ਆਉਂਦੇ ਨੇ, ਉਹਦਾ ਬਹੁਤ ਅਲੱਗ ਇਤਿਹਾਸ ਹੈ। ਲੇਕਿਨ ਫਿਰ ਵੀ ਜਿਹੜਾ ਦਲਿਤ ਵੋਟ ਸੀ ਉਹਨਾਂ ਨੂੰ ਕਾਂਗਰਸ ਨੇ ਕਿਸੇ ਤਰ੍ਹਾਂ, ਰਵਿਦਾਸੀਆ, ਡੇਰਾਜ਼ ਐਂਡ ਐਦਾਂ ਦੀਆਂ ਬਹੁਤ ਚੀਜ਼ਾਂ ਅੱਗੇ ਆਪਾਂ ਗੱਲ ਕਰਾਂਗੇ ਜਿਹਦੇ ਨਾਲ ਦਲਿਤ ਵੋਟ ਜਿਹੜਾ ਸੀ ਉਹ ਕਾਂਗਰਸ ਦੇ ਨਾਲ ਕਾਫੀ ਹੱਦ ਤੱਕ ਜੁੜਿਆ ਸੀ। 1949 ਦੇ ਵਿੱਚ ਜਿਹੜੇ ਸਿੱਖ ਧਰਮ ਨੂੰ ਮੰਨਣ ਵਾਲੇ ਸ਼ਡਿਊਲ ਕਾਸਟ ਸੀ ਉਹਨਾਂ ਜਾਤਾਂ ਨੂੰ ਰਿਜ਼ਰਵੇਸ਼ਨ ਨਹੀਂ ਸੀ ਦਿੱਤੀ ਗਈ ਕਿਉਂਕਿ ਡਾਕਟਰ ਅੰਬੇਦਕਰ ਜਾਂ ਆਪਣੇ ਰਿਜ਼ਰਵ ਮਾਈਨੋਰਿਟੀ ਕਮਿਸ਼ਨ ਵੱਲੋਂ ਇਹ ਮੰਨਿਆ ਗਿਆ ਸੀ ਕਿ ਜਿਹੜਾ ਸਿੱਖ ਧਰਮ ਆ ਉਹ ਤਾਂ ਅਨਟੱਚੇਬਿਲਿਟੀ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ। ਜਿਹੜੇ ਦਲਿਤਾਂ ਨੇ ਸਿੱਖ ਧਰਮ ਅਪਣਾ ਲਿਆ, ਜਿਹੜੇ ਕਨਵਰਟ ਹੋ ਗਏ, ਉਹਨਾਂ ਨੂੰ ਰਿਜ਼ਰਵੇਸ਼ਨ ਦੀ ਜ਼ਰੂਰਤ ਨਹੀਂ ਹੈ। ਲੇਕਿਨ ਮਾਸਟਰ ਤਾਰਾ ਸਿੰਘ ਇੱਕ ਜੱਥਾ ਲੈ ਕੇ ਦਿੱਲੀ ਜਾਂਦੇ, ਇੱਕ ਪ੍ਰੋਟੈਸਟ ਕਰਦੇ ਆ। ਉਸ ਤੋਂ ਬਾਅਦ ਜਿਹੜੀਆਂ ਸਿੱਖਾਂ ਦੀਆਂ 4 ਸ਼ਡਿਊਲ ਕਾਸਟਾਂ ਸੀ, ਮਜ਼ਹਬੀ ਇਦਾਂ ਦੀਆਂ 4 ਕਾਸਟਾਂ ਸੀ ਜਿਨ੍ਹਾਂ ਨੂੰ ਆਪਣੇ ਇਨਕਲੂਡ ਕਰ ਲਿਆ ਗਿਆ ਸੀ ਰਿਜ਼ਰਵੇਸ਼ਨ ਦੇ ਵਿੱਚ। ਸੋ ਦਲਿਤ ਵੋਟ, ਆਈਡੈਂਟੀਟੀ, ਸਿੱਖ ਆਈਡੈਂਟੀਟੀ, ਹਿੰਦੀ ਆਈਡੈਂਟੀਟੀ ਐਂਡ ਭਾਸ਼ਾਵਾਂ, ਇਹ ਬਹੁਤ ਵੱਡੇ ਮਾਇਨੇ ਰੱਖਦੀਆਂ ਸੀ। ਪਲੱਸ ਜਿਹੜੀ ਕਾਂਗਰਸ ਪਾਰਟੀ ਸੀ ਉਹਦੇ ਵਿੱਚ ਆਪਣੀ ਹੀ ਇੱਕ ਪ੍ਰੋਬਲਮ, ਇੱਕ ਆਪਣੀ ਹੀ ਅੰਦਰੂਨੀ ਕਲੇਸ਼, ਜਿਹਨੂੰ ਫੈਕਸ਼ਨਲਿਜ਼ਮ ਆਪਾਂ ਕਹਿੰਦੇ ਆ, ਉਹ ਵੀ ਇੱਕ ਕਾਰਨ ਸੀ। ਬਟ ਅਲਟੀਮੇਟਲੀ ਹੁੰਦਾ ਇਹ ਹੈ ਕਿ ਕਾਂਗਰਸ ਇਹਨਾਂ ਇਲੈਕਸ਼ਨਾਂ ਦੇ ਵਿੱਚ ਫੁੱਲ ਮੈਜੋਰਿਟੀ ਦੇ ਨਾਲ ਜਿੱਤਦੀ ਹੈ। 98 ਸੀਟ, 121 ਚੋਂ 98 ਸੀਟਾਂ ਲੈ ਕੇ ਕਾਂਗਰਸ ਜੇਤੂ ਰਹਿੰਦੀ ਹੈ। ਸ਼੍ਰੋਮਣੀ ਅਕਾਲੀ ਦਲ 13 ਸੀਟਾਂ ਜਿੱਤਦੀ ਹੈ। ਜਿਹੜੀਆਂ ਸਿੱਖ ਭਾਈਚਾਰਾ ਜਿੱਥੇ ਜ਼ਿਆਦਾ ਹੁੰਦਾ ਉਹਨਾਂ ਕਨਸਟੀਚੁਐਂਸੀਜ਼ ਚੋਂ ਸ਼੍ਰੋਮਣੀ ਅਕਾਲੀ ਦਲ 13 ਸੀਟਾਂ ਜਿੱਤਦੀ ਹੈ ਜ਼ਿਆਦਾਤਰ, ਔਰ ਉੱਥੇ ਇੱਕ ਤਰ੍ਹਾਂ ਦਾ ਬਹੁਤ ਸਟਰੋਂਗ ਬੇਸ ਅਕਾਲੀ ਦਲ ਦਾ ਬਣ ਜਾਂਦਾ। ਨਾਲ ਹੀ 4 ਸੀਟਾਂ ਕਮਿਊਨਿਸਟ ਪਾਰਟੀ ਆਫ ਇੰਡੀਆ ਵੱਲੋਂ ਜਿੱਤੀਆਂ ਜਾਂਦੀਆਂ ਨੇ। ਮਤਲਬ ਕਿ ਕਮਿਊਨਿਸਟ ਪਾਰਟੀ ਦਾ ਵੀ ਕਾਫੀ ਬੋਲਬਾਲਾ ਉਸ ਟਾਈਮ ਤੇ ਸੀ ਜਿਹੜਾ ਅੱਜ ਦੇ ਟਾਈਮ 'ਚ ਖਤਮ ਹੋ ਚੁੱਕਾ ਹੈ ਪੰਜਾਬ ਦੇ ਵਿੱਚ। ਨਾਲ ਹੀ 9-10 ਆਲ ਟੂਗੈਦਰ ਇੰਡੀਪੈਂਡੈਂਟ ਕੈਂਡੀਡੇਟ ਜਿੱਤਦੇ ਨੇ। ਜ਼ਮੀਨਦਾਰਾ ਪਾਰਟੀ ਆ ਉਹ ਵੀ ਇੱਕ ਜਾਂ 2 ਸੀਟਾਂ ਜਿੱਤ ਕੇ ਜਾਂਦੇ ਨੇ। ਮਤਲਬ ਕਿ ਕਾਂਗਰਸ ਦੀ ਫੁੱਲ ਮੈਜੋਰਿਟੀ, ਫੁੱਲ ਡੋਮੀਨੈਂਸ ਰਹਿੰਦੀ ਹੈ। ਲੇਕਿਨ ਸ਼੍ਰੋਮਣੀ ਅਕਾਲੀ ਦਲ ਜਿਹੜੀਆਂ ਸਿੱਖ ਕਨਸਟੀਚੁਐਂਸੀਜ਼ ਹੁੰਦੀਆਂ ਨੇ, ਪਹਿਲੀਆਂ ਇਲੈਕਸ਼ਨਾਂ ਦੇ ਵਿੱਚ ਹੀ ਇੱਕ ਸਟਰੋਂਗ ਹੋਲਡ ਸਿੱਖ ਕਨਸਟੀਚੁਐਂਸੀ, ਸਿੱਖ ਮੈਜੋਰਿਟੀ ਵਾਲੀ ਕਨਸਟੀਚੁਐਂਸੀਆਂ ਤੇ ਆਪਣਾ ਸਟਰੋਂਗ ਹੋਲਡ ਬਣਾ ਲੈਂਦੇ ਆ। ਨਾਲ ਹੀ ਪੈਪਸੂ ਇੱਕ ਅਲੱਗ ਜਗ੍ਹਾ ਸੀ ਆਪਣੇ ਇੰਡੀਆ ਦੀ, ਪਟਿਆਲਾ ਐਂਡ ਅਦਰ ਪ੍ਰਿੰਸਲੀ ਸਟੇਟਸ ਨੇ ਉਹਨਾਂ ਦਾ ਆਪਣਾ ਅਲੱਗ ਚੀਫ ਮਿਨਿਸਟਰ ਹੁੰਦਾ ਸੀ, ਉਹਨਾਂ ਦੀਆਂ ਆਪਣੀਆਂ ਅਲੱਗ ਚੋਣਾਂ ਹੁੰਦੀਆਂ ਸੀ, ਉਹਦੀ ਆਪਾਂ ਗੱਲ ਨਹੀਂ ਕਰ ਰਹੇ। ਬਟ ਇਹ ਜੋ ਚੋਣਾਂ ਤੋਂ ਬਾਅਦ 1952 ਦੀਆਂ ਚੋਣਾਂ ਹੁੰਦੀਆਂ ਨੇ, ਕਾਂਗਰਸ ਫੁੱਲ ਮੈਜੋਰਿਟੀ ਨਾਲ ਜਿੱਤਦੀ ਹੈ। ਪਰ ਇਸ ਤੋਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਹੈ ਉਹ ਆ ਕੇ ਪੈਪਸੂ ਨੂੰ ਇਹੀ 5 ਸਾਲਾਂ ਦੇ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਮਰਜ ਕਰ ਦਿੰਦੀ ਹੈ। ਪੈਪਸੂ ਪੰਜਾਬ ਦਾ ਹਿੱਸਾ ਬਣ ਜਾਂਦਾ ਹੈ। ਕਾਂਗਰਸ ਫੁੱਲ ਮੈਜੋਰਿਟੀ ਨਾਲ ਜਿੱਤਣ ਤੋਂ ਬਾਅਦ ਆਪਣੀ ਸਰਕਾਰ ਕੈਬਨਿਟ ਬਣਾਉਂਦੀ ਹੈ। ਭੀਮ ਸੈਨ ਸੱਚਰ ਉਹਨਾਂ ਨੂੰ ਚੀਫ ਮਿਨਿਸਟਰ ਬਣਾਇਆ ਜਾਂਦਾ ਹੈ। ਉਸ ਟਾਈਮ ਚੀਫ ਮਿਨਿਸਟਰ ਦੀ ਦੌੜ ਦੇ ਵਿੱਚ ਇੱਕ ਤਰ੍ਹਾਂ ਨਾਲ 3 ਚਿਹਰੇ ਹੀ ਆਪਾਂ ਮੰਨ ਸਕਦੇ ਹਾਂ ਜਿਨ੍ਹਾਂ ਰਿਸਰਚ ਕਰਕੇ ਸਾਹਮਣੇ ਆਇਆ। ਪ੍ਰਤਾਪ ਸਿੰਘ ਕੈਰੋਂ, ਭੀਮ ਸੈਨ ਸੱਚਰ, ਸਵਰਨ ਸਿੰਘ, ਜਾਂ ਇੱਕ ਸੀਗੇ ਸ਼੍ਰੀ ਰਾਮ ਸ਼ਰਮਾ। ਜਿਹੜੇ ਸ਼੍ਰੀ ਰਾਮ ਸ਼ਰਮਾ ਸੀ ਉਹ ਇੱਕ ਤਰ੍ਹਾਂ ਨਾਲ ਇੱਕ ਅਲੱਗ ਧੜਾ ਸੀ ਕਾਂਗਰਸ ਦੇ ਵਿੱਚ ਹੀ। ਗੋਪੀ ਚੰਦ ਭਾਰਗਵਾ ਪਹਿਲੇ ਮੁੱਖ ਮੰਤਰੀ ਹੁੰਦੇ ਆ ਪੰਜਾਬ ਦੇ।
ਲੇਕਿਨ ਉਹਨਾਂ ਦੀ ਆਪਾਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ। ਗੋਪੀ ਚੰਦ ਭਾਰਗਵ ਸੀਐਮ ਬਣਦੇ ਨੇ, ਭੀਮ ਸੈਨ ਸੱਚਰ ਉਹਨਾਂ ਨੂੰ ਹਟਾ ਦਿੰਦੇ ਨੇ ਸਾਬੋਟਾਜ ਕਰਕੇ। ਦੈਨ ਗੋਪੀ ਚੰਦ ਭਾਰਗਵ ਭੀਮ ਸੈਨ ਸੱਚਰ ਨੂੰ ਹਟਾ ਕੇ ਆਪ ਸੀਐਮ ਬਣਦੇ ਨੇ ਔਰ ਫਿਰ ਪੰਜਾਬ ਦਾ ਪ੍ਰੈਜ਼ੀਡੈਂਟ ਰੂਲ ਲੱਗਦਾ। ਸੋ ਗੋਪੀ ਚੰਦ ਭਾਰਗਵ ਇਸ ਟਾਈਮ ਸੀਨ ਤੋਂ ਆਊਟ ਹੋ ਜਾਂਦੇ ਨੇ ਬਿਕੋਜ਼ ਉਹਨਾਂ ਦਾ ਜਿਹੜਾ ਧੜਾ ਸੀ ਉਸ ਧੜੇ ਨੂੰ ਸੀਟਾਂ ਦੀ ਟਿਕਟਾਂ ਪ੍ਰੋਪਰ ਨਾ ਮਿਲਣ ਨਾਲ, ਕਿ ਉਹਨਾਂ ਦੀਆਂ ਟਿਕਟਾਂ ਦੇ ਵੰਡ ਸਮੇਂ ਕਾਂਗਰਸ ਨੇ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ, ਇਸ ਕਰਕੇ ਉਹ ਇੱਕ ਨਾਰਾਜ਼ ਹੋ ਕੇ ਇੰਡੀਪੈਂਡੈਂਟ ਤੌਰ ਤੇ ਇਲੈਕਸ਼ਨ ਲੜਦੇ ਔਰ ਹਾਰ ਜਾਂਦੇ ਆ। ਸੋ ਗੋਪੀ ਚੰਦ ਭਾਰਗਵ ਜਿਹੜੇ ਪਹਿਲੇ ਸੀਐਮ ਸੀ ਪੰਜਾਬ ਦੇ, ਉਹ ਇਸ ਇਲੈਕਸ਼ਨ ਦੇ ਸੀਨ ਦੇ ਵਿੱਚੋਂ ਆਊਟ ਹੋ ਜਾਂਦੇ ਔਰ ਭੀਮ ਸੈਨ ਸੱਚਰ ਆਪਣੀ ਸਰਕਾਰ ਬਣਾਉਂਦੇ ਆ। ਪ੍ਰੋਮੀਨੈਂਟ ਲੀਡਰ ਜਿਹੜੇ ਹੁੰਦੇ ਆ ਉਸ ਟਾਈਮ ਭੀਮ ਸੈਨ ਸੱਚਰ, ਪ੍ਰਤਾਪ ਸਿੰਘ ਕੈਰੋਂ, ਉਜਲ ਸਿੰਘ, ਸ਼੍ਰੀ ਰਾਮ ਸ਼ਰਮਾ, ਲਾਲਾ ਜਗਤ ਨਾਰਾਇਣ, ਸਵਰਨ ਸਿੰਘ, ਚੌਧਰੀ ਲਹਿਰੀ ਸਿੰਘ ਐਂਡ ਸੁੰਦਰ ਸਿੰਘ ਜਿਹੜੇ ਹੁੰਦੇ ਆ, ਇਹੀ ਮੇਨ ਲੀਡਰਸ ਹੁੰਦੇ ਆ ਜਿਹੜੇ ਕੈਬਨਿਟ ਦੇ ਵਿੱਚ ਆਪਣੀ ਜਗ੍ਹਾ ਬਣਾ ਪਾਉਂਦੇ ਆ। ਲੇਕਿਨ ਕਾਂਗਰਸ ਦਾ ਜਿਹੜਾ ਅੰਦਰੂਨੀ ਕਲੇਸ਼ ਆ ਉਹਦੇ ਤੇ ਹੁਣ ਆਪਾਂ ਗੱਲ ਕਰਾਂਗੇ ਕਿ ਕਾਂਗਰਸ ਦੀ ਸਰਕਾਰ ਤਾਂ ਬਣ ਗਈ ਫੁੱਲ ਮੈਜੋਰਿਟੀ ਦੇ ਨਾਲ, ਉਸ ਤੋਂ ਬਾਅਦ ਜਿਹੜੀ ਸਰਕਾਰ ਦੇ ਕਾਰਜਕ੍ਰਮ ਸੀ, ਐਡਮਿਨਿਸਟ੍ਰੇਸ਼ਨ ਸੀ, ਉਹ ਕਿੱਦਾਂ ਚੱਲਦੀ ਰਹੀ। ਇਸ ਨਵੀਂ ਬਣੀ ਕੈਬਨਿਟ ਦੇ ਵਿੱਚ ਜਿਹੜੇ ਪੰਡਿਤ ਸ਼੍ਰੀ ਰਾਮ ਸ਼ਰਮਾ ਸੀ ਉਹ ਇੱਕ ਕਾਂਗਰਸ ਦਾ ਅਲੱਗ ਧੜਾ ਸੀ। ਇਸ ਟਾਈਮ ਤੱਕ ਆਉਂਦਿਆਂ ਕਾਂਗਰਸ 'ਚ 4 ਜਾਂ 5 ਅਲੱਗ-ਅਲੱਗ ਧੜੇ ਬਣ ਚੁੱਕੇ ਸੀ ਔਰ ਜੇਕਰ ਆਪਾਂ ਸੋਚਦੇ ਹਾਂ ਵੀ ਗੋਪੀ ਚੰਦ ਭਾਰਗਵ ਆ ਸੀਨ ਤੋਂ ਬਾਹਰ ਹੋ ਗਏ ਸੀ, ਲੇਕਿਨ ਉਹ ਸੀਨ ਤੋਂ ਬਾਹਰ ਬੈਠੇ ਵੀ ਜੋ ਕਾਂਗਰਸ ਦੇ ਵਿੱਚ ਇਹਨਾਂ ਦਾ ਇੱਕ ਰਿਵਾਜ ਹੈ, ਇੰਟਰਫੇਰੈਂਸ ਕਰਦੇ ਸੀ ਆਪਣੇ ਹੋਰ ਲੋਕਾਂ ਦੇ ਥਰੂ। ਏਦਾਂ ਹੀ ਇੱਕ ਬਹੁਤ ਪ੍ਰੋਮੀਨੈਂਟ ਸੀਗੇ ਲੀਡਰ ਸਤਿਆਪਾਲ, ਡਾਕਟਰ ਸਤਿਆਪਾਲ, ਜਿਹੜੇ ਕਿ ਕਾਂਗਰਸ ਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਨੇ, ਬਟ ਆਜ਼ਾਦ ਇੰਡੀਆ ਦੇ ਵਿੱਚ ਆ ਕੇ ਉਹ ਇੱਕ ਇੰਡੀਪੈਂਡੈਂਟ ਇੰਡੀਆ ਦੇ ਵਿੱਚ ਆਪਣੀ ਇੰਨੀ ਅਹਿਮੀਅਤ ਉਹਨਾਂ ਨੂੰ ਫੀਲ ਨਹੀਂ ਹੁੰਦੀ ਕਿ ਕਾਂਗਰਸ ਪਾਰਟੀ ਨੂੰ ਮਿਲੀ ਹੈ। ਸੋ ਇੱਕ ਤਰ੍ਹਾਂ ਨਾਲ ਜਿਹੜੀ ਭੀਮ ਸੈਨ ਸੱਚਰ ਦੀ ਜਿਹੜੀ ਸਰਕਾਰ ਬਣਦੀ ਹੈ ਇਹਨੂੰ ਗਿਰਾਉਣ ਦੇ ਲਈ ਕਾਂਗਰਸ ਪਾਰਟੀ ਨੂੰ ਇਦਾਂ ਲੱਗਦਾ ਕਿ ਬਹੁਤ ਤਰ੍ਹਾਂ ਦੀਆਂ ਸੀਕ੍ਰੇਟ ਮੀਟਿੰਗਸ ਜਿਹੜੀਆਂ ਡਾਕਟਰ ਸਤਿਆਪਾਲ ਜਿਹੜੇ ਆ ਉਹ ਆਰਗੇਨਾਈਜ਼ ਕਰ ਰਹੇ ਆਪਣੇ ਘਰ ਦੇ ਵਿੱਚ ਕੈਬਨਿਟ ਮਿਨਿਸਟਰ ਸ਼੍ਰੀ ਰਾਮ ਸ਼ਰਮਾ ਨੂੰ ਲੈ ਕੇ। ਫੈਬਰੂਅਰੀ 1952 ਦੇ ਵਿੱਚ ਸੀਐਮ ਬਣਦੇ ਨੇ ਸੱਚਰ, ਲੇਕਿਨ ਮਹਿਜ ਕੁਝ ਮਹੀਨਿਆਂ ਬਾਅਦ ਵਿੱਚ ਉਹ ਇੱਕ ਬੜੀ ਕੁਇਕ ਗੇਮ ਖੇਡਦੇ ਨੇ ਜਿਹਦੇ ਵਿੱਚ ਉਹਨਾਂ ਦਾ ਮੇਨ ਮਕਸਦ ਤਾਂ ਹੁੰਦਾ ਆਪਣੀ ਕੈਬਨਿਟ ਦੇ ਵਿੱਚੋਂ ਸ਼੍ਰੀ ਰਾਮ ਸ਼ਰਮਾ ਨੂੰ ਬਾਹਰ ਕਰਨਾ। ਇਹਦੇ ਲਈ ਉਹ ਜਾ ਕੇ ਗਵਰਨਰ ਨੂੰ ਅਸਤੀਫਾ ਦੇ ਦਿੰਦੇ ਨੇ ਜੁਲਾਈ 1953 ਦੇ ਵਿੱਚ। ਸੋ ਜੁਲਾਈ 1953 ਦੇ ਵਿੱਚ ਅਸਤੀਫਾ ਦੇ ਕੇ ਸਵੇਰ ਨੂੰ ਅਸਤੀਫਾ ਦਿੰਦੇ ਨੇ, ਦੁਪਹਿਰ ਨੂੰ ਗਵਰਨਰ ਐਕਸੈਪਟ ਕਰ ਲੈਂਦਾ ਔਰ ਸ਼ਾਮ ਨੂੰ ਉਹੀ ਬੰਦਾ ਭੀਮ ਸੈਨ ਸੱਚਰ ਦੁਬਾਰਾ ਪੰਜਾਬ ਦੇ ਸੀਐਮ ਬਣ ਜਾਂਦੇ ਨੇ। ਔਰ ਇੱਕ ਤਰ੍ਹਾਂ ਨਾਲ ਗੇਮ ਇਹ ਹੁੰਦੀ ਆ ਕਿ ਪੁਰਾਣੀ ਕੈਬਨਿਟ ਨੂੰ ਭੰਗ ਕਰਕੇ ਨਵੀਂ ਕੈਬਨਿਟ ਬਣਾਉਣੀ ਹੈ ਜਿਹਦੇ ਵਿੱਚੋਂ ਜਿਹੜੇ ਸ਼੍ਰੀ ਰਾਮ ਸ਼ਰਮਾ ਉਹਨੂੰ ਨਿਕਾਲ ਦਿੱਤਾ ਜਾਵੇ। ਸੋ 22 ਜੁਲਾਈ ਨੂੰ ਉਹ ਅਸਤੀਫਾ ਦਿੰਦੇ ਆ, ਦੁਪਹਿਰ ਨੂੰ ਐਕਸੈਪਟ ਹੋ ਜਾਂਦਾ ਔਰ ਸ਼ਾਮ ਨੂੰ ਉਹ ਦੁਬਾਰਾ ਸੀਐਮ ਬਣ ਜਾਂਦੇ ਆ। ਇਹ ਸਾਰੀ ਚੀਜ਼ ਕਾਂਗਰਸ ਦਾ ਅੰਦਰੂਨੀ ਕਲੇਸ਼, ਜਿਹੜਾ ਫੈਕਸ਼ਨਲਿਜ਼ਮ ਆ, ਜਿਹੜਾ ਇੱਕ ਦੂਜੇ ਨੂੰ ਕੰਮ ਨਹੀਂ ਕਰਨ ਦਿੰਦੇ, ਬਰਦਾਸ਼ਤ ਨਹੀਂ ਕਰਦੇ, ਕੁਰਸੀਆਂ ਲਈ, ਅਹੁਦੇ ਲਈ, ਪਾਵਰ ਦੇ ਲਈ ਜਿਹੜੀ ਲੜਾਈ ਹੈ। ਕਾਂਗਰਸ ਹਾਈ ਕਮਾਂਡ ਇਸ ਅੰਦਰੂਨੀ ਕਲੇਸ਼ ਨੂੰ ਖਤਮ ਕਰਨ ਦੇ ਲਈ 1953 ਦੇ ਵਿੱਚ ਬਹੁਤ ਸਟੈਪ ਚੱਕਦੀ ਹੈ, ਜਿਹਦੇ ਵਿੱਚ ਉਹ ਕਾਂਗਰਸ ਦੇ ਕਈ ਲੀਡਰਸ ਨੂੰ ਸਸਪੈਂਡ ਵੀ ਕਰ ਦਿੰਦੀ ਹੈ ਵਿੱਚੋਂ। ਪਰ ਨਾਲ ਹੀ ਕਾਂਗਰਸ ਦੇ ਵਿੱਚ ਇੱਕ ਅਲੱਗ ਨਵਾਂ ਧੜਾ ਬਣ ਕੇ ਖੜਾ ਹੋ ਜਾਂਦਾ ਜਿਹੜਾ ਦੋ ਬਹੁਤ ਪ੍ਰੋਮੀਨੈਂਟ ਐਂਡ ਫੇਮਸ ਐਂਡ ਪਾਵਰਫੁਲ ਲੀਡਰਸ ਦਾ ਹੁੰਦਾ ਹੈ। ਪ੍ਰਤਾਪ ਸਿੰਘ ਕੈਰੋਂ, ਲਾਲਾ ਜਗਤ ਨਾਰਾਇਣ ਆਪਸ 'ਚ ਕਾਫੀ ਕਲੋਜ਼ ਕੰਮ ਕਰਦੇ ਹੁੰਦੇ ਆ 1953 ਤੱਕ, ਲੇਕਿਨ 1953 ਦੀ ਮਿਨਿਸਟਰੀ ਦੇ ਵਿੱਚ ਲਾਲਾ ਜਗਤ ਨਾਰਾਇਣ ਹੈਲਥ, ਐਜੂਕੇਸ਼ਨ ਐਂਡ ਟਰਾਂਸਪੋਰਟ ਮੰਤਰੀ ਹੁੰਦੇ ਨੇ ਔਰ ਜਿਹੜੇ ਪ੍ਰਤਾਪ ਸਿੰਘ ਕੈਰੋਂ ਲੈਂਡ ਰੈਵਨਿਊ ਐਂਡ ਜਿਹੜਾ ਉਹਨਾਂ ਦੇ ਰੀਹੈਬਿਲਿਟੇਸ਼ਨ ਐਂਡ ਰੀਸੈਟਲਮੈਂਟ ਮਿਨਿਸਟਰ ਹੁੰਦੇ ਨੇ। ਬਟ ਲਾਲਾ ਜਗਤ ਨਾਰਾਇਣ ਦੀ ਇੱਕ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਪੀਐਸ ਕੈਰੋਂ ਦੇ ਨਾਲ, ਪ੍ਰਤਾਪ ਸਿੰਘ ਕੈਰੋਂ ਦੇ ਨਾਲ, ਕਿਉਂਕਿ ਉਹ ਜਿੰਨੀ ਵੀ ਪੰਜਾਬ ਦੀ ਟਰਾਂਸਪੋਰਟੇਸ਼ਨ ਸੀ ਉਹਨੂੰ ਨੈਸ਼ਨਲਾਈਜ਼ ਕਰਨਾ ਚਾਹੁੰਦੇ ਸੀ ਲਾਲਾ ਜਗਤ ਨਾਰਾਇਣ, ਕਿਉਂਕਿ ਉਹ ਟਰਾਂਸਪੋਰਟ ਮੰਤਰੀ ਸੀ। ਲੇਕਿਨ ਪ੍ਰਤਾਪ ਸਿੰਘ ਕੈਰੋਂ ਇਸ ਚੀਜ਼ ਦੇ ਫੇਵਰ 'ਚ ਨਹੀਂ ਸੀ। ਇਹਦਾ ਰੀਜ਼ਨ ਇਹ ਵੀ ਦੱਸਿਆ ਜਾਂਦਾ ਹੈ ਕਿ ਜਿਹੜੇ ਪ੍ਰਤਾਪ ਸਿੰਘ ਕੈਰੋਂ ਸੀ ਉਹਨਾਂ ਦੇ ਪਿੱਛੇ ਜਿਹੜੀ ਜ਼ਿਆਦਾ ਸਪੋਰਟ ਸੀ, ਪੋਲੀਟੀਕਲ ਐਂਡ ਫਾਈਨੈਂਸ਼ੀਅਲ ਸਪੋਰਟ, ਪੈਸੇ ਦੀ ਸਪੋਰਟ, ਉਹ ਉਹਨਾਂ ਹੀ ਟਰਾਂਸਪੋਰਟੇਸ਼ਨ ਕੰਪਨੀਜ਼ ਤੋਂ ਆਉਂਦੀ ਸੀ, ਕਿਉਂਕਿ ਉਹ ਜਿਹੜੀ ਟਰਾਂਸਪੋਰਟੇਸ਼ਨ ਕੰਪਨੀ ਸੀ ਉਹ ਜ਼ਿਆਦਾ ਸਿੱਖਾਂ ਦੇ ਹੱਥ ਦੇ ਵਿੱਚ ਸੀ। ਜਿਹੜੇ ਸਿੱਖ ਐਰਿਸਟੋਕਰੈਟ ਲੈਂਡਲॉर्ड ਸੀ ਉਹਨਾਂ ਦਾ ਹੀ ਉਹ ਟਰਾਂਸਪੋਰਟ ਤੇ ਹੱਥ ਸੀਗਾ, ਇਸ ਕਰਕੇ ਉਹ ਉਸ ਸਾਰੇ ਨੂੰ ਪ੍ਰਾਈਵੇਟ ਹੀ ਰੱਖਣਾ ਚਾਹੁੰਦੇ ਸੀ, ਨੈਸ਼ਨਲਾਈਜ਼ ਸਰਕਾਰੀ ਨਹੀਂ ਸੀ ਕਰਨਾ ਚਾਹੁੰਦੇ। ਸੋ ਇੱਥੋਂ ਇੱਕ ਨਵਾਂ ਧੜਾ ਬਣ ਜਾਂਦਾ ਹੈ ਪ੍ਰਤਾਪ ਸਿੰਘ ਕੈਰੋਂ ਐਂਡ ਲਾਲਾ ਜਗਤ ਨਾਰਾਇਣ। ਸੋ ਲਾਲਾ ਜਗਤ ਨਾਰਾਇਣ ਫਿਰ ਸੱਚਰ ਦੇ ਧੜੇ ਦੇ ਵਿੱਚ ਜਾ ਕੇ ਜੋ ਸੀਐਮ ਹੁੰਦੇ ਉਹਨਾਂ ਦੇ ਨਾਲ ਇਕੱਠੇ ਹੋ ਜਾਂਦੇ ਨੇ ਔਰ ਜਿਹੜੇ ਪ੍ਰਤਾਪ ਸਿੰਘ ਕੈਰੋਂ ਆ ਉਹ ਬਿਲਕੁਲ ਇੱਕ ਅਲੱਗ ਉਹਨਾਂ ਦਾ ਧੜਾ ਬਣ ਜਾਂਦਾ ਹੈ। ਸੋ ਇੱਕ ਬਹੁਤ ਪਾਵਰਫੁਲ ਧੜਾ ਇੱਥੋਂ ਕ੍ਰੀਏਟ ਹੁੰਦਾ ਜਿਹੜਾ ਆਉਣ ਵਾਲੇ ਸਾਲਾਂ 'ਚ ਪੰਜਾਬ ਦੀ ਪੋਲਿਟਿਕਸ ਨੂੰ ਇਫੈਕਟ ਕਰਦਾ ਹੈ। ਇਸੇ ਹੀ ਧੜੇਬਾਜ਼ੀ ਦਾ ਇੱਕ ਕਿੱਸਾ ਹੈ ਕਿ ਪ੍ਰਤਾਪ ਸਿੰਘ ਕੈਰੋਂ ਨੇ ਲਾਲਾ ਜਗਤ ਨਾਰਾਇਣ ਨੂੰ ਲਾਂਭੇ ਕਰਨ ਦੇ ਲਈ, ਹਾਸ਼ੀਏ ਤੇ ਭੇਜਣ ਦੇ ਲਈ ਪੋਲਿਟਿਕਸ ਦੇ ਵਿੱਚ ਸਕੀਮ ਖੇਡਦੇ ਆ
ਉਹ ਸਕੀਮ ਖੇਡਦੇ ਆ ਕਿ ਆਪਣੇ ਬਾਕੀ ਦੇ ਲੋਕਾਂ ਦੇ ਕੋਲੋਂ ਐਮਐਲਏਸ ਕੋਲੋਂ ਉਹਨਾਂ ਤੇ ਕਰਪਸ਼ਨ ਦੇ ਚਾਰजेस ਦੇ ਇਲਜ਼ਾਮ ਲਗਵਾਉਂਦੇ ਆ, ਜਿਹਦੇ ਤੇ ਭੀਮ ਸੈਨ ਸੱਚਰ ਲਾਲਾ ਜਗਤ ਨਾਰਾਇਣ ਦੀ ਸਪੋਰਟ ਕਰਦੇ ਆ ਔਰ ਉਹਨਾਂ ਨੂੰ ਕਹਿੰਦੇ ਆ ਕਿ ਆਪਾਂ ਜੁਡੀਸ਼ੀਅਲ ਇਨਕੁਆਇਰੀ ਕਰਾਵਾਂਗੇ, अगर ये दोषी निकले तो कार्रवाई करांगे, बट हजे ये गलत नहीं है। बट वो एमएलए डिमांड करते कि लाला जगत नारायण अपने अहुदे तो अस्तीफा देवे ताकि ये जिहड़ी जांच आ सही ढंग नाल हो सके। पर लाला जगत नारायण ऑफर करते हैं कि मेरा अस्तीफा ले लो, मैं कोई करप्शन नहीं की, मेरे ते कोई इदां दे इल्जाम ना लाओ। इस करके वो अपना अस्तीफा दे दिंदे आ नैतिकता दे बिहाफ ते, मॉरल ग्राउंड्स ते। सो एक मूवमेंट सी जदों कहा जांदा भी प्रताप सिंह कैरों दा सैबोटाज कीता होया सी कि लाला जगत नारायण नूं हाशिए ते पहुंचाउण दे लई। सो लाला जगत नारायण इत्थों अपना अस्तीफा दे के कैबिनेट चों बाहर हो जांदे और उन्हां दीयां सारियां मिनिस्ट्रीज जो भीम सैन सच्चर चीफ मिनिस्टर है उन्हां दे हत्थ विच आ जांदियां। इस टाइम आपां नूं पंजाब दा जिहड़ा सोशल माहौल वो भी समझण दी जरूरत है। 1953 दा टाइम आ गया सी। 1953 तक जिहड़ी पंजाब सूबा मूवमेंट सी वो बहुत जोर पकड़ चुकी सी। पंजाब सूबा मूवमेंट दे विच दो धड़े सी, पंजाबी वाले और हिंदी वाले। हिंदी वालियां दे विच आर्या समाज, जनसंघ, हिंदू महासभा सी जिन्हां दे नारे सी हिंदी, हिंदू, हिंदुस्तान। और दूजे पासे सी पंजाबी, जेडे पंजाबी स्पीकिंग सी उसी सिख कम्यूनिटी दे ज्यादा लोग, जिहड़ियां सिख कॉन्स्टिट्यूएंसी से जो अज दा मौजूदा पंजाब है, मोस्टली पंजाब है, बट थोड़ा पोर्शन वो हरियाणा दे विच भी रह गया जिहड़ा पंजाबी स्पीकिंग सी, जिहड़ा पंजाबी दे फेवर च सी। सो उन्हां दे नारे हुंदे सी धोती टोपी जमुना पार। सो ऐदां दे नारे दस्सण दा मेरा मकसद यह है कि उस टाइम पंजाब दे विच कम्यूनल माहौल बहुत बुरी तरह वध चुका सी। सो सच्चर सरकार दे उत्ते एक बहुत वड्डा लांबा जिहड़ा सी वो प्रताप सिंह कैरो वालों घेरिया जांदा है कि इन्हां दा जिहड़ा एटीट्यूड सी सिखां दी, अकाली दल दी जिहड़ी इह पंजाबी सूबा मूवमेंट नूं हैंडल नहीं कर पाए, इस करके ये एक फेल्ड सीएम आ, ये सीएम नहीं होने चाहिए। वो अपनी आवाज़ इस चीज़ ते चकदे आ, हाई कमांड नूं लैटर लिखते आ। इस टाइम होर भी इवेंट्स इदां दीयां होईयां हुंदियां जिहड़ियां 1955 दा गुरुद्वारा कांड हुंदा, जिहदे विच हरमंदर साहिब दे विच पुलिस एंड फौज जिहड़ी फ्लैग मार्च करदी है बाहर, और पुलिस जो पंजाब दे डीआईजी हुंदे उस टाइम दे वो अकालियां नूं फड़न दे लई, अरेस्ट करन लई सरोवर दे विच या परिक्रमा दे विच या अंदर दरबार साहिब भी बेअदबी, जिन्हों आप अज दे हिसाब दे नाल जो सिनेरियो च कहा जाता है कि अपने जुत्ते लैके अपनी फोर्स लैके अकालियां नूं अरेस्ट करन दे लई चले गए सी। सो एक वो चीज़ डेफिनेटली हर्ट कीती सिख सेंटीमेंट्स नूं। बाद विच भीम सैन सच्चर नूं इस चीज़ दा सॉरी भी बोलनी पई, अपोलोजाइज करना पिया सी फॉर दिस, क्योंकि उस टाइम होया ये सी कि पंजाबी हिंदी दे जिहड़े स्लोगन सीगे वो एक दूजे दे खिलाफ बहुत ज़्यादा वरते जांदे सी, जिहदे नाल लड़ाइयां, कन्फ्लिक्ट, क्लैशेस, छोटे छोटे राइट्स हुंदे रहिंदे सी, कम्यूनल माहौल बन गया सी। इस करके भीम सैन सच्चर ने बैन लगा दिता सी कि कोई भी जाना इदां दे स्लोगन जिहड़े भाषा पंजाबी सूबा मंग दे स्लोगन होणगे वो नहीं उठाणगे। सो उस बैन दे खिलाफ अकाली दल ने बहुत वड्डा धरना ऑर्गेनाइज किया सी, जिहदे नाल भी जिहड़ा कंट्रोल भीम सैन सच्चर अच्छी तरह कर नहीं पाए। इदां दे इल्जाम प्रताप सिंह कैरो वालों लगदे आ। नाल ही जिहड़ा स्टेट रीऑर्गेनाइजेशन कमीशन 1953 दे विच बैठदा है, जिहड़ा अपनी रिपोर्ट दिंदा है कि जिहड़ा पंजाब सूबा आ उहनूं भाषा दे आधार ते नहीं वंडना चाहिदा, और वो एक महा पंजाब दा आइडिया उत्थों निकल के आंदा, जिहड़ियां हिंदू ऑर्गेनाइजेशनस आ वो हिंदी सत्याग्रह करदियां ने कि सानू जिहड़ा पंजाब है एक हिंदी स्टेट चाहिए, पंजाब की भाषा हिंदी हुंदी है। सो कहण दा भाव है कि इदां दे कम्यूनल माहौल दे विच ते भीम सैन सच्चर नूं रिजाइन करना पैंदा है, और प्रताप सिंह कैरों आखिरी कुछ महीनों तक पंजाब मतलब कि पूरी दी पूरा जिहड़ा 5 साल का कार्यकाल सी उहदे एंड दे विच आके प्रताप सिंह कैरों पंजाब दे चीफ मिनिस्टर बनते हैं, और पंजाब नूं इत्थों शुरू हुंदा है पहली बारी एक सिख चेहरा चीफ मिनिस्टर मिलता है। इत्थों शुरू हुंदी है, शुरुआत हुंदी है सिख चेहरा एज ए चीफ मिनिस्टर, जो अज दे समय दे विच भी आपां नूं देखण नूं मिलदा है कि सिख चेहरा, बिकॉज पंजाबी सूबा मूवमेंट एंड अकाली दल दा जो काम करन दा ढंग सीगा उस चीज़ ने आइडेंटिटी असर्शन बहुत की, बहुत डीपली आइडेंटिटी जिहड़ी सिख आइडेंटिटी वो पंजाब दी पॉलिटिक्स दे विच इस समय तो 1954 तो इंसर्ट होनी शुरू हो गई सी। अकाली दल का बहुत बोलबाला सी, इसे करके पंडित नेहरू नूं भी लगदा सी कि लोहे नूं लोहा ही कटदा, इस करके एक सिख चेहरा ही चीफ मिनिस्टर होवे तो बहुत बेहतर होएगा। प्रताप सिंह कैरो बारे कहा जाता कि बहुत 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 रुथलैस ढंग दे नाल बड़े
ਸਟਰੋਂਗਲੀ ਐਂਡ ਬੜੇ ਐਡਾਮੈਂਟ ਹੋ ਕੇ ਉਹ ਹਰ ਚੀਜ਼ ਨੂੰ ਟੈਕਲ ਕਰਦੇ ਸੀ। ਉਹ ਅਕਾਲੀ ਦਲ ਦੇ ਬਿਲਕੁਲ ਖਿਲਾਫ ਸੀ, ਪੰਜਾਬ ਸੂਬਾ ਮੂਵਮੈਂਟ ਦੇ ਉਹ ਬਿਲਕੁਲ ਖਿਲਾਫ ਸੀ। ਉਹ ਨਹੀਂ ਸੀ ਚਾਹੁੰਦੇ ਪੰਜਾਬ ਦਾ ਵਿਭਾਜਨ ਇਸ ਢੰਗ ਨਾਲ ਹੋਵੇ। ਰਾਦਰ ਉਹ ਸਿਰਫ ਇੰਨਾ ਚਾਹੁੰਦੇ ਸੀ ਕਿ ਜਿਹੜੀ ਪੈਪਸੂ ਆ ਉਹਨੂੰ ਪੰਜਾਬ ਦੇ ਵਿੱਚ ਮਰਜ ਕੀਤਾ ਜਾਵੇ, ਔਰ ਇਦਾਂ ਹੋਇਆ ਵੀ। 1954 ਦੇ ਦੌਰਾਨ ਹੀ ਪੈਪਸੂ ਜਿਹੜੀ ਸੀਗੀ ਉਹਨੂੰ ਮਰਜ ਕਰ ਦਿੱਤਾ ਗਿਆ ਸੀ ਪੰਜਾਬ ਦੇ ਵਿੱਚ। ਸੋ ਇਹ ਸੀ ਮਾਹੌਲ ਜਿਹਦੇ ਵਿੱਚ ਸੱਚਰ ਇੱਕ ਸੀਐਮ ਆਪਣੇ ਪੰਜਾਬ ਦੇ ਜਿਹੜੇ ਲੋਕਤੰਤਰੀ ਢੰਗ ਦੇ ਨਾਲ ਵੋਟਾਂ ਜਿੱਤ ਕੇ ਬਣਦੇ ਆ, ਉਹਨਾਂ ਨੂੰ ਫਿਰ ਕਾਂਗਰਸ ਦੇ ਅੰਦਰੂਨੀ ਕਲੇਸ਼ ਦੇ ਨਾਲ ਹੀ ਅਗਲੀਆਂ ਇਲੈਕਸ਼ਨ ਆਉਣ ਤੋਂ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਹੈ, ਜਿਵੇਂ ਚਿਹਰਾ ਬਦਲ ਦਿੱਤਾ ਜਾਂਦਾ ਹੈ। ਉਹਦੀ ਥਾਂ ਤੇ ਫਿਰ ਇੱਕ ਸਿੱਖ ਆਈਡੈਂਟੀਟੀ ਪ੍ਰਤਾਪ ਸਿੰਘ ਕੈਰੋਂ, ਜੋ ਬਾਅਦ ਵਿੱਚ ਆਪਣੇ ਆਪ ਨੂੰ ਇੱਕ ਬਹੁਤ ਸਟਰੋਂਗ ਮਜ਼ਬੂਤ ਸੀਐਮ ਵਜੋਂ ਵੀ ਅੱਜ ਇਤਿਹਾਸ ਉਹਨਾਂ ਨੂੰ ਜਾਣਦਾ ਹੈ, ਇਸ ਤਰ੍ਹਾਂ ਆਪਣੇ ਆਪ ਨੂੰ ਪੇਸ਼ ਕਰਦੇ, ਇਸ ਢੰਗ ਨਾਲ ਉਹ ਕੰਮ ਕਰਦੇ ਆ। ਪ੍ਰਤਾਪ ਸਿੰਘ ਕੈਰੋਂ ਦੇ ਚੀਫ ਮਿਨਿਸਟਰ ਬਣਨ ਦੇ ਨਾਲ ਇੱਕ ਪਾਵਰ ਸ਼ਿਫਟ ਹੋਇਆ ਫਰੋਮ ਹਿੰਦੂ ਚਿਹਰਿਆਂ ਤੋਂ ਸਿੱਖ ਚਿਹਰਿਆਂ ਦੇ ਵਿੱਚ। ਜੋ ਪ੍ਰਤਾਪ ਸਿੰਘ ਕੈਰੋਂ ਦੀ ਕੈਬਨਿਟ ਸੀ ਉਹਦੇ ਵਿੱਚ ਵੀ ਜਿਹੜੇ ਸਿੱਖ ਚਿਹਰੇ ਸੀ ਉਹ ਬਹੁਤ ਪਾਵਰਫੁਲੀ, ਉਹਨਾਂ ਨੂੰ ਬਹੁਤ ਪਾਵਰਫੁਲ ਪੋਸਟ, ਬਹੁਤ ਵਧੀਆ ਕੈਬਨਿਟ ਮਿਨਿਸਟਰੀਜ਼ ਔਰ ਜ਼ਿਆਦਾ ਸਿੱਖ ਚਿਹਰੇ ਇਨਕਲੂਡ ਕੀਤੇ ਗਏ ਸੀਗੇ। ਆਪਣਾ ਮੰਤਰੀ ਮੰਡਲ ਬਣਾਇਆ ਔਰ ਸੀਐਮ ਕੁਰਸੀ ਸਾਂਭੀ। ਨਾਲ ਹੀ ਉਹਨਾਂ ਨੇ ਮਾਸਟਰ ਤਾਰਾ ਸਿੰਘ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਪੰਜਾਬ ਸੂਬਾ ਮੂਵਮੈਂਟ ਨੂੰ ਕੰਟਰੋਲ ਕਰਨ ਦੇ ਲਈ ਸ਼ੁਰੂ ਕਰ ਦਿੱਤੀਆਂ ਸੀ। ਸੋ ਇੱਥੋਂ ਆਪਣੇ ਪੰਜਾਬ ਦੀ ਪੋਲਿਟਿਕਸ ਸਿੱਖ ਵਰਸਸ ਸਿੱਖ ਹੋਈ। ਸਿੱਖ ਆਈਡੈਂਟਿਟੀ ਜਿਹੜੀ ਆ ਉਹ ਸੀਐਮ ਚੇਅਰ ਤੇ ਆਈ। ਹਾਲਾਂਕਿ ਪ੍ਰਤਾਪ ਸਿੰਘ ਕੈਰੋਂ ਵਾਸ ਟੋਟਲੀ ਅਗੇਂਸਟ ਅਕਾਲੀ ਦਲ, ਟੋਟਲੀ ਅਗੇਂਸਟ ਪੰਜਾਬ ਸੂਬਾ ਮੂਵਮੈਂਟ। ਉਹਨਾਂ ਦੇ ਦਿਮਾਗ ਦੀ ਜੋ ਸੀਗੀ ਉਹ ਪੰਜਾਬ ਦੀ ਇਮੇਜ ਉਹ ਹੋਰ ਸੀ। ਉਹ ਇੱਕ ਬਹੁਤ ਵੱਡੇ ਵਿਜ਼ਨਰੀ ਮੰਨੇ ਗਏ ਨੇ ਜਿਨ੍ਹਾਂ ਨੇ ਬਹੁਤ ਕੰਮ ਡਿਵੈਲਪਮੈਂਟ ਦੇ ਪੰਜਾਬ ਦੇ ਵਿੱਚ ਕੀਤੇ, ਬਟ ਉਹ ਅਕਾਲੀ ਦਲ ਦੇ ਬਿਲਕੁਲ ਖਿਲਾਫ ਸੀ। ਬਟ ਫਿਰ ਵੀ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਆਈਡੈਂਟਿਟੀ ਪੋਲਿਟਿਕਸ, ਸਿੱਖ ਆਈਡੈਂਟਿਟੀ ਦੀ ਪੋਲਿਟਿਕਸ, ਸਿੱਖ ਵਰਸਸ ਸਿੱਖ 1956 ਦੇ ਵਿੱਚੋਂ ਇੱਥੋਂ ਸ਼ੁਰੂ ਹੋ ਜਾਂਦੀ ਹੈ। 1957 ਦੇ ਵਿੱਚ ਪੰਜਾਬ ਦੇ ਅਗਲੇ ਇਲੈਕਸ਼ਨ ਹੁੰਦੇ ਆ, ਉਹਦੀ ਵੀਡੀਓ ਆਪਾਂ ਫਿਰ ਬਣਾਵਾਂਗੇ। ਪਹਿਲਾਂ ਪੰਜਾਬ ਸੂਬਾ ਮੂਵਮੈਂਟ, ਉਸ ਤੋਂ ਬਾਅਦ ਉਹਦੀ ਵੀਡੀਓ ਲੈ ਕੇ ਆਵਾਂਗੇ। ਉਹਦੇ ਵਿੱਚ ਵੀ ਕਾਂਗਰਸ ਦੀ ਅਲਟੀਮੇਟ ਡੋਮੀਨੈਂਸ ਹੀ ਰਹਿੰਦੀ ਹੈ। ਬਟ 1957 ਤੱਕ, 1952 ਤੋਂ 1957 ਤੱਕ ਦੋ ਚੀਫ ਮਿਨਿਸਟਰ ਬਦਲੇ ਜਾਂਦੇ ਆ। ਭੀਮ ਸਿੰਘ ਸੱਚਰ ਜੁਆਇਨ ਕਰਦੇ, ਉਹਨਾਂ ਨੂੰ ਐਂਡ ਦੇ ਵਿੱਚ ਆ ਕੇ ਪ੍ਰਤਾਪ ਸਿੰਘ ਕੈਰੋਂ ਵੱਲੋਂ, ਹਾਈ ਕਮਾਂਡ ਵੱਲੋਂ ਪ੍ਰਤਾਪ ਸਿੰਘ ਕੈਰੋਂ ਨੂੰ ਸੀਐਮ ਬਣਾਇਆ ਜਾਂਦਾ। ਇੱਥੋਂ ਸ਼ੁਰੂ ਹੋ ਜਾਂਦੀ ਆ ਸਿੱਖ ਪੋਲਿਟਿਕਸ, ਸਿੱਖ ਚਿਹਰੇ ਦੀ ਰਾਜਨੀਤੀ।